ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦਾ ਮਸਲਾ ਅੱਜ ਬਹੁਤ ਸਵਾਗਤ। ਦੋਸਤੋ, सन 2005 ਦੇ ਵਿੱਚ ਜਿਹੜੀ ਸਰਕਾਰ ਉਸਨੇ RTI ਸੂਚਨਾ ਦਾ ਅਧਿਕਾਰ ਜਿਹੜਾ ਲੈ ਕੇ ਆਂਦਾ। ਸੋ ਇਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਸਾਰੇ ਪਰਿਵਰਤਨ ਹੋਏ। ਕਿਸ ਤਰੀਕੇ ਦੇ ਨਾਲ ਅਸੀਂ ਜਾਣਕਾਰੀ ਲੈ ਸਕਦੇ, ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਸਿਸਟਮ ਉਸ ਨੂੰ ਹੋਰ ਪਾਰਦਰਸ਼ੀ ਕਰ ਸਕਦੇ। ਸੋ ਅੱਜ ਦਾ ਮਸਲਾ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਵਿਸ਼ੇ ਦੇ ਉੱਤੇ ਜਿਹੜੀ ਚਰਚਾ ਕਰਾਂਗੇ ਕਿ ਸੂਚਨਾ ਦਾ ਅਧਿਕਾਰ ਔਰ ਕਿਸ ਤਰੀਕੇ ਨਾਲ ਇਸ ਦਾ ਅਸੀਂ ਵਰਤੋਂ ਕਰ ਸਕਦੇ। ਸੋ ਇਸ ਨੂੰ ਡਿਸਕਸ ਕਰਨ ਵਾਸਤੇ ਆਪਣੇ ਸਟੂਡੀਓ 'ਚ ਅਸੀਂ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ। ਸਭ ਤੋਂ ਪਹਿਲਾਂ ਤਾਰੋ ਮੇਰੇ ਨਾਲ ਬੈਠੇ ਹਨ ਐਡਵੋਕੇਟ ਹਰਮਿੰਦਰ ਸਿੰਘ ਸੰਧੂ ਜੀ, ਜੋ ਕਿ RTI ਐਕਸਪਰਟ ਨੇ। ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਸਰ। ਔਰ ਨਾਲ ਬੈਠੇ ਹਨ ਐਡਵੋਕੇਟ ਨਰੇਸ਼ ਸ਼ਰਮਾ ਜੀ, ਬਹੁਤ ਸਵਾਗਤ ਹੈ ਸਰ ਤੁਹਾਡਾ। ਸੋ ਚਰਚਾ ਸ਼ੁਰੂ ਕਰਦੇ ਹਾਂ ਸਰ, ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਕਿ ਸੂਚਨਾ ਦਾ ਅਧਿਕਾਰ RTI ਐਕਟ ਜਿਹੜਾ ਹੈ 2005, ਇਹ ਅਸਲ 'ਚ ਹੈ ਕਿ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ ਵਿਸਤਾਰ ਨਾਲ ਜਾਣਕਾਰੀ। ਸੂਚਨਾ ਦਾ ਅਧਿਕਾਰ 2005 ਵਿੱਚ ਭਾਰਤ ਦੀ ਸੰਸਦ ਨੇ ਇਸ ਕਰਕੇ ਬਣਾਇਆ ਸੀ ਤਾਂ ਕਿ ਪ੍ਰਸ਼ਾਸਨ ਦੇ ਵਿੱਚ ਪਾਰਦਰਸ਼ਿਤਾ ਆ ਸਕੇ, ਲੋਕਾਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਤੇ ਉਹਦੇ ਨੁਮਾਇੰਦੇ ਜਿਹੜੇ ਵੀ ਸਰਕਾਰੀ ਕੰਮ ਕਰ ਰਹੇ ਆ ਉਹ ਕਿਸ ਪਰਪਸ ਲਈ ਕਰ ਰਹੇ ਆ, ਉਹਦੇ ਤੇ ਕਿੰਨਾ ਪੈਸਾ ਖਰਚ ਹੋ ਰਿਹਾ, ਕਿਹੜੇ ਆਰਡਰ ਰਾਹੀਂ ਕੀਤੇ ਜਾ ਰਹੇ ਆ ਤੇ ਕਦ ਤੱਕ ਖਤਮ ਹੋਣਗੇ। ਇਹ ਐਕਟ ਆਉਣ ਤੋਂ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਿਹੜੀ ਸਰਕਾਰੀ ਯੋਜਨਾ ਕਿਸ ਸਕੀਮ ਦੇ ਅਧੀਨ, ਕਿਸ ਧਾਰਾ ਦੇ ਅਧੀਨ, ਕਿਸ ਕਾਨੂੰਨ ਦੇ ਅਧੀਨ ਚਲਾਈ ਜਾ ਰਹੀ ਹੈ, ਤੇ ਸਾਰਾ ਕੁਝ ਲੋਹੇ ਦੇ ਪਰਦੇ ਪਿੱਛੇ ਤੇ ਬੰਦ ਸੀ। ਸਾਰੇ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ, ਚਾਹੇ ਇੰਗਲੈਂਡ ਹੈ, ਅਮਰੀਕਾ, ਬਹੁਤ ਸਾਲ ਪਹਿਲਾਂ ਤੋਂ RTI ਐਕਟ ਬਣਿਆ ਹੋਇਆ ਹੈ, ਪਰ ਸਾਡੇ ਦੇਸ਼ 'ਚ ਬਹੁਤ ਲੇਟ ਬਣਾਇਆ ਗਿਆ, ਜਿਸ ਕਰਕੇ ਪ੍ਰਸ਼ਾਸਨ 'ਚ ਜ਼ਿਆਦਾ ਪਾਰਦਰਸ਼ਿਤਾ ਨਹੀਂ ਰਹੀ। ਸੋ ਪ੍ਰਸ਼ਾਸਨ ਦੇ ਵਿੱਚ ਪਾਰਦਰਸ਼ਿਤਾ ਜਿਹੜੀ ਉਸ ਨੂੰ ਲਿਆਉਣ ਵਾਸਤੇ ਬਹੁਤ ਮਹੱਤਵਪੂਰਨ ਕਦਮ ਜਿਹੜਾ ਸੀਗਾ ਉਹ ਸੂਚਨਾ ਦਾ ਅਧਿਕਾਰ ਜਿਹੜਾ ਇਸ ਨੂੰ ਲਿਆਂਦਾ ਗਿਆ। ਸੋ ਇਸ ਦੇ ਨਾਲ ਕੀ ਪਰਿਵਰਤਨ ਆਏ। ਸੋ ਮੈਂ ਤੁਹਾਡੇ ਕੋਲੋਂ ਕਿ ਲੋੜ ਕਿਉਂ ਪਈ ਇਸ ਦੀ ਅਗਰ ਗੱਲ ਕਰੀਏ ਸੂਚਨਾ ਦੇ ਅਧਿਕਾਰ ਦੀ। ਸੂਚਨਾ ਦੇ ਜੀ ਮੈਂ ਸ਼ਰਮਾ ਜੀ ਤੁਹਾਡੇ ਕੋਲ। ਹਾਂਜੀ, ਇਹ ਪ੍ਰਸ਼ਾਸਨ 'ਚ ਟਰਾਂਸਪੇਰੈਂਸੀ ਲਿਆਉਣ ਵਾਸਤੇ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸਰਕਾਰ ਦੇ ਕੰਮ ਕੀ ਨੇ ਔਰ ਕਿਸ ਤਰ੍ਹਾਂ ਹੋ ਰਹੇ ਨੇ, ਕਿਹੜੀਆਂ ਪਾਵਰਸ ਨੇ, ਕਿਸ ਤਰ੍ਹਾਂ ਇਸ ਨੂੰ ਯੂਜ਼ ਕਰ ਰਹੇ ਨੇ ਜੀ। ਉਹ ਇਹੀ ਦੇਖਣ ਵਾਸਤੇ ਕਈ ਵਾਰ ਉਹਨਾਂ ਨੂੰ ਆਮ ਨਾਗਰਿਕ ਨੂੰ ਪਤਾ ਨਹੀਂ ਹੁੰਦਾ ਸੀ ਮੇਰਾ ਕੰਮ ਜਿਹੜਾ ਸਰਕਾਰੀ ਡਿਪਾਰਟਮੈਂਟ ਚੱਲ ਰਿਹਾ ਉਹ ਸੁਚਾਰੂ ਰੂਪ ਨਾਲ ਹੋ ਵੀ ਰਿਹਾ ਕਿ ਨਹੀਂ ਹੋ ਰਿਹਾ, ਤੇ ਮੇਰੀ ਜਿਹੜੀ ਫਾਈਲ ਜਿਹੜੀ ਸਹੀ ਤਰ੍ਹਾਂ ਚੱਲ ਰਹੀ ਹੈ, ਅੱਗੇ ਵੱਧ ਰਹੀ, ਉਸ ਨੂੰ ਟਰਾਂਸਪੇਰੈਂਸੀ ਲਿਆਉਣ ਵਾਸਤੇ ਇਹ ਐਕਟ ਬਣਿਆ। ਉਹਦੇ ਅਕੋਰਡਿੰਗਲੀ ਅਸੀਂ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥਰੂ ਅਸੀਂ ਇਹ ਜਾਂਚ ਕਰ ਰਹੇ ਹਾਂ। ਸੋ ਬੜਾ ਇੰਪੋਰਟੈਂਟ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਕਿ ਆਮ ਤੌਰ ਤੇ ਲੋਕਾਂ ਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਸਰਕਾਰ ਦੇ ਵਿੱਚ ਸਿਸਟਮ 'ਚ ਮੇਰੀ ਫਾਈਲ ਜਿਹੜੀ ਹੈ ਉਹ ਕਿੱਥੇ ਚੱਲ ਰਹੀ ਹੈ ਜਾਂ ਮੇਰਾ ਕੰਮ ਜਿਹੜਾ ਕਿੱਥੇ ਰੁਕਿਆ ਹੋਇਆ। ਸੋ ਉਸ ਦੀ ਸੂਚਨਾ ਜਿਹੜੀ ਹੈ ਉਸ ਨੂੰ ਇਸ ਐਕਟ ਦੇ ਅਧੀਨ ਅਸੀਂ ਹਾਸਲ ਕਰ ਸਕਦੇ। ਬਹੁਤ ਸਾਰੀਆਂ ਹੋਰ ਸੂਚਨਾਵਾਂ ਵੀ ਅਸੀਂ ਹਾਸਲ ਕਰ ਸਕਦੇ। ਸਰ, ਸੂਚਨਾ ਲੈਣ ਦੇ ਲਈ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਅਸੀਂ ਅਪਲਾਈ ਕਰਨਾ, ਫਾਈਲ ਕਰਨੀ ਹੈ ਐਪਲੀਕੇਸ਼ਨ। ਉਹ ਕਿਸ ਤਰੀਕੇ ਦੇ ਨਾਲ ਫਾਈਲ ਕੀਤੀ ਜਾ ਸਕਦੀ, ਉਹਦੇ ਬਾਰੇ ਕੀ ਕੋਈ ਫਾਰਮੈਟ ਹੈ ਜਾਂ ਕਿ ਸਿੰਪਲ ਐਪਲੀਕੇਸ਼ਨ, ਪੂਰਾ ਵਿਸਤਾਰ ਨਾਲ ਸਾਡੇ ਦਰਸ਼ਕਾਂ ਨੂੰ ਤੁਸੀਂ। ਇਸ ਬਾਰੇ ਅਸੀਂ ਇੱਕ ਸਿੰਪਲ ਐਪਲੀਕੇਸ਼ਨ ਲਿਖ ਕੇ ਉਹਦੇ ਨਾਲ 10 ਰੁਪਏ ਦਾ ਪੋਸਟਲ ਆਰਡਰ ਲਗਾ ਕੇ ਨਾਲ ਆਪਣਾ ਆਇਡੈਂਟੀਟੀ ਕਾਰਡ, ਆਇਡੈਂਟੀਟੀ ਪ੍ਰੂਫ, ਕੋਈ ਵੀ ਆਧਾਰ ਕਾਰਡ ਵਗੈਰਾ ਉਹਦੀ ਕਾਪੀ ਲਗਾ ਕੇ ਕਿਸੇ ਵੀ ਸੰਬੰਧਿਤ ਮਹਿਕਮੇ ਦੇ ਪਬਲਿਕ ਸੂਚਨਾ ਅਧਿਕਾਰੀ ਨੂੰ ਉਹਦੇ ਐਡਰੈਸ ਦੇ ਉੱਤੇ ਬਾਏ ਪੋਸਟ ਭੇਜ ਸਕਦੇ ਹਾਂ। ਬਾਏ ਹੈਂਡ ਵੀ ਦਿੱਤੀ ਜਾ ਸਕਦੀ ਹੈ। ਬਹੁਤ ਸਾਰੇ ਸਰਕਾਰੀ ਅਦਾਰੇ ਆ ਜਿੱਥੇ ਡੈਸਕ ਬਣਾਇਆ ਗਿਆ ਜਿਹਨੂੰ RTI ਡੈਸਕ ਕਹਿੰਦੇ ਆ, ਉੱਥੇ ਜਾ ਕੇ ਤੁਸੀਂ ਦੇ ਕੇ ਡਾਇਰੀ ਨੰਬਰ ਪ੍ਰਾਪਤ ਕਰ ਸਕਦੇ ਹੋ। ਪਰ ਮੈਂ ਜ਼ਿਆਦਾ ਸੁਜੈਸਟ ਇਹੀ ਕਰੂੰਗਾ ਵੀ ਜਿਹੜੇ ਮਹਿਕਮੇ ਤੋਂ, ਚਾਹੇ ਉਹ ਕਾਰਪੋਰੇਸ਼ਨ ਹੈ, ਚਾਹੇ ਪੁਲਿਸ ਦਾ ਮਹਿਕਮਾ ਆ, ਚਾਹੇ ਉਹ ਸਿੰਚਾਈ ਵਿਭਾਗ ਹੈ, ਚਾਹੇ ਸਿਵਲ ਹਸਪੀਟਲ ਹੈ, ਚਾਹੇ ਕੋਈ ਹੋਰ ਵੀ ਮਹਿਕਮਾ ਆ, ਤੁਸੀਂ ਬਾਏ ਪੋਸਟ ਹੀ ਉਹਨਾਂ ਨੂੰ ਸੰਬੰਧਿਤ ਚਿੱਠੀ ਪਾਓ, ਰਜਿਸਟਰਡ ਪੋਸਟ ਦੇ ਨਾਲ ਪਾਓ, ਜਿਹੜੀ ਉੱਥੇ 2 ਜਾਂ 3 ਦਿਨ 'ਚ ਪਹੁੰਚ ਜਾਏਗੀ। ਇਸ ਤਰ੍ਹਾਂ ਨਾਲ ਅਸੀਂ RTI ਐਕਟ ਵਿੱਚ ਜੋ ਵੀ ਸੂਚਨਾ ਲੈਣੀ ਹੈ ਉਹ ਲਿਖ ਕੇ ਸੰਬੰਧਿਤ ਮਹਿਕਮੇ ਨੂੰ ਭੇਜ ਸਕਦੇ ਹਾਂ। ਹਰ ਮਹਿਕਮੇ ਦੇ ਵਿੱਚ ਇੱਕ ਪਬਲਿਕ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਗਿਆ। ਦਫ਼ਤਰ ਦੇ ਵਿੱਚ ਇੱਕ ਵੱਡਾ ਬੋਰਡ ਲੱਗਾ ਹੈ ਹਰ ਦਫ਼ਤਰ ਦੇ ਵਿੱਚ, ਜਿਹਦੇ ਤੇ ਲਿਖਿਆ ਗਿਆ ਕਿ ਸਾਡੇ ਦਫ਼ਤਰ ਦਾ ਪਬਲਿਕ ਸੂਚਨਾ ਅਧਿਕਾਰੀ ਆ ਹੈ, ਤੁਸੀਂ ਇਸ ਤਰੀਕੇ ਨਾਲ ਇਸ ਬੰਦੇ ਨੂੰ ਅਪਲਾਈ ਕਰ ਸਕਦੇ ਹੋ। ਸੋ ਬੜੀ ਇੰਪੋਰਟੈਂਟ ਜਾਣਕਾਰੀ ਜਿਹੜੀ ਸਾਨੂੰ ਮਿਲੀ ਕਿ ਹਰ ਦਫ਼ਤਰ ਦੇ ਵਿੱਚ ਤਕਰੀਬਨ ਇਹ ਮੈਂਡੇਟਰੀ ਕਰਤਾ ਗਿਆ ਕਿ ਜਿਹੜਾ ਸੂਚਨਾ ਅਧਿਕਾਰੀ ਆ ਉਸ ਦੀ ਜਾਣਕਾਰੀ ਜਿਹੜੀ ਉਹ ਤੇ ਬਾਹਰ ਪਟਲ ਦੇ ਉੱਤੇ ਲੱਗੀ ਹੋਈ। ਸਾਨੂੰ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਅਸੀਂ ਕਿਸ ਅਧਿਕਾਰੀ ਦੇ ਨਾਲ ਸੰਪਰਕ ਕਰਨਾ ਔਰ ਇਸ ਜਾਣਕਾਰੀ ਜਿਹੜੀ ਹੈ ਉਹ ਲੈ ਕੇ ਅਪਲਾਈ ਕਰ ਸਕਦੇ। ਸੋ ਵਿਧੀ ਜਿਹੜੀ ਹੈ ਇਹਨਾਂ ਨੇ ਦੱਸੀ ਕਿ ਬਹੁਤ ਆਸਾਨ ਹੈ ਔਰ ਆਸਾਨੀ ਦੇ ਨਾਲ ਜਿਹੜੀ ਹੈ ਅਸੀਂ ਸੂਚਨਾ ਜਿਹੜੀ ਹਾਸਲ ਕਰ ਸਕਦੇ। ਸੋ ਮੈਂ ਚਰਚਾ ਜਿਹੜੀ ਹੈ ਸ਼ਰਮਾ ਜੀ ਤੁਹਾਡੇ ਕੋਲੋਂ ਕਿ ਜੇ ਸੂਚਨਾ ਅਸੀਂ ਹਾਸਲ ਕਰਨੀ ਹੈ ਤਾਂ ਕਿੰਨੇ ਦਿਨ ਦੇ ਵਿੱਚ ਇਹ ਸੂਚਨਾ ਜਦੋਂ ਅਸੀਂ ਅਪਲਾਈ ਕਰਦੇ ਹਾਂ ਤਾਂ ਸਾਨੂੰ ਮਿਲ ਜਾਂਦੀ ਹੈ ਔਰ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਚੱਲਦਾ ਸੀ? ਇਹ ਡਿਪੈਂਡ ਕਰਦਾ ਜੀ ਸੰਬੰਧਿਤ ਡਿਪਾਰਟਮੈਂਟ ਦਾ ਔਰ ਸੰਬੰਧਿਤ ਕੇਸ ਦਾ ਜੀ। ਜਿੱਦਾਂ ਤੁਸੀਂ ਕੋਈ ਬਹੁਤ ਜ਼ਿਆਦਾ ਅਰਜੈਂਟ ਆ, ਤੁਹਾਨੂੰ ਬਹੁਤ ਜ਼ਿਆਦਾ ਕ੍ਰਿਮੀਨਲ 'ਚ ਹੈਗੀ ਹੈ, ਉਹ ਤਾਂ ਤੁਹਾਨੂੰ 48 ਸੁਪਰੀਮ ਕੋਰਟ ਦੇ ਆਰਡਰ ਦੇ ਅਧੀਨ 48 ਦਿਨਾਂ ਦੇ ਅੰਦਰ ਉਹ ਦੇਣੀ ਪੈਂਦੀ ਹੈ ਜਿਹੜੀ ਹੈਗੀ। ਉਹ ਲੈ ਹੋਰ ਬਾਕੀ ਜਿਹੜੇ ਹੁੰਦੇ ਸੰਬੰਧਿਤ 90 ਦਿਨ ਲੱਗ ਸਕਦੇ ਜੀ। ਇਹਦੇ ਜਦੋਂ ਅਸੀਂ ਸੂਚਨਾ ਅਧਿਕਾਰ ਦੀ ਅਰਜੀ ਉੱਤੇ ਫਾਈਲ ਕਰਦੇ ਹਾਂ ਕਿਸੇ ਵੀ ਮਹਿਕਮੇ 'ਚ, ਆਮ ਜਿਹੜੀ ਸੂਚਨਾ ਅਧਿਕਾਰ ਦੀ ਅਰਜੀ ਆ ਉਹ 30 ਦਿਨ ਦੇ ਵਿੱਚ ਉਹਨਾਂ ਨੇ ਦੇਣੀ ਹੁੰਦੀ ਹੈ ਜੀ। ਉਹਦੇ ਵਿੱਚੋਂ
3 ਦਿਨ ਚਿੱਠੀ ਭੇਜਣ ਦੇ ਤੇ 3 ਦਿਨ ਚਿੱਠੀ ਆਉਣ ਦੇ ਕੱਢੇ ਜਾ ਸਕਦੇ, 36 ਦਿਨ ਟੋਟਲ ਹੋ ਗਏ। ਜੀ ਜਦੋਂ ਤੁਸੀਂ ਕੋਈ ਐਸੀ ਇਨਫੋਰਮੇਸ਼ਨ ਹੈ ਜਿਹੜੀ ਕਿਸੇ ਵਿਅਕਤੀ ਦੇ ਜੀਵਨ ਜਾਂ ਸੁਤੰਤਰਤਾ ਨਾਲ ਸੰਬੰਧਿਤ ਹੈ, ਜਿਸ ਤਰ੍ਹਾਂ ਉਹ ਜੇਲ੍ਹ ਦੇ ਅੰਦਰ ਹੈ, ਕੋਈ ਐਸਾ ਕਾਗਜ਼ ਅਸੀਂ ਕਢਾ ਕੇ ਉਹਦੀ ਇਨੋਸੈਂਸ ਨੂੰ ਸਾਬਤ ਕਰ ਸਕਦੇ ਹਾਂ ਮਾਣਯੋਗ ਹਾਈ ਕੋਰਟ ਦੇ ਵਿੱਚ ਜਾਂ ਕਿਸੇ ਕੋਰਟ ਦੇ ਵਿੱਚ ਲਗਾ ਸਕਦੇ ਹਾਂ, ਤਾਂ ਉਹ ਸੂਚਨਾ ਲੈਣ ਲਈ ਅਸੀਂ ਨਾਲ ਇੱਕ ਅਰਜੀ ਧਾਰਾ 6(1) RTA ਐਕਟ ਦੀ ਲਗਾ ਕੇ 48 ਘੰਟੇ ਦੇ ਵਿੱਚ ਸੂਚਨਾ ਲੈਣ ਲਈ ਲਿਖ ਕੇ ਦੇ ਸਕਦੇ ਹਾਂ, ਜਿਸ ਤੇ ਪਬਲਿਕ ਸੂਚਨਾ ਅਧਿਕਾਰੀ ਵਿਚਾਰ ਕਰਕੇ ਛੇਤੀ ਤੋਂ ਛੇਤੀ ਸਾਨੂੰ ਸੂਚਨਾ ਪ੍ਰੋਵਾਈਡ ਕਰੇਗਾ ਤਾਂ ਕਿ ਵਿਅਕਤੀ ਦੀ ਜੀਵਨ ਤੇ ਸੁਤੰਤਰਤਾ ਦੀ ਰਾਖੀ ਕੀਤੀ ਜਾ ਸਕੇ। ਜੀ ਸੋ ਬੜਾ ਇੰਪੋਰਟੈਂਟ ਜਿਹੜਾ ਤੁਸੀਂ ਪਹਿਲੂ ਦੱਸਿਆ ਕਿ ਅਸੀਂ ਇਹ ਸੂਚਨਾ ਨੂੰ ਬਹੁਤ ਜਲਦ 48 ਘੰਟਿਆਂ ਦੇ ਵਿੱਚ ਵੀ ਹਾਸਲ ਕਰ ਸਕਦੇ ਹਾਂ। ਉਸ ਦੇ ਵਾਸਤੇ ਸਾਨੂੰ ਜਾਣਕਾਰੀ ਵੀ ਹੋਣਾ ਜ਼ਰੂਰੀ, ਔਰ ਕਿਹੜੀਆਂ ਧਾਰਾਵਾਂ, ਜਿਸ ਤਰ੍ਹਾਂ ਕਿ ਜੀਵਨ ਔਰ ਸੁਤੰਤਰਤਾ ਜਿਹੜੀ ਬੜੀ ਸਾਡਾ ਬੜਮੁੱਲਾ ਜਿਹੜਾ ਆਸਪੈਕਟ ਹੈ ਲਾਈਫ ਦਾ, ਕਿ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜਾਣਕਾਰੀ ਜਿਹੜੀ ਹਾਸਲ ਕੀਤੀ ਜਾ ਸਕਦੀ। ਮੈਂ ਸ਼ਰਮਾ ਜੀ ਤੁਹਾਡੇ ਕੋਲੋਂ ਕਿ ਜਿਸ ਤਰ੍ਹਾਂ ਪਹਿਲੇ ਹੁਣੇ ਅਸੀਂ ਚਰਚਾ ਕੀਤੀ ਕਿ 30 ਦਿਨਾਂ ਦੇ ਅੰਦਰ ਅੰਦਰ ਇਨਫੋਰਮੇਸ਼ਨ ਜਿਹੜੀ ਆ 3 ਦਿਨ ਪੋਸਟਲ ਅਸੀਂ ਡਿਲੇ ਕਰ ਸਕਦੇ, 36 ਦਿਨ ਹੋ ਗਏ। ਜੇ ਸੂਚਨਾ ਸਾਨੂੰ ਨਹੀਂ ਮਿਲਦੀ 36 ਦਿਨਾਂ ਦੇ ਅੰਦਰ ਅੰਦਰ, ਤਾਂ ਅਸੀਂ ਫਿਰ ਅਗਲਾ ਕਦਮ ਜਿਹੜਾ ਉਹ ਕੀ ਉਠਾਉਣਾ, ਅਸੀਂ ਫਿਰ ਕਿਸ ਤਰੀਕੇ ਨਾਲ ਅੱਗੇ ਪ੍ਰੋਸੀਡ ਕਰਨਾ? ਅਸੀਂ ਉਹਨੂੰ ਸੰਬੰਧਿਤ ਅਧਿਕਾਰੀ ਨੂੰ ਇੱਕ ਵਾਰੀ ਫਿਰ ਆਪਾਂ ਦੇ ਸਕਦੇ ਹਾਂ, ਅਰਜੀ ਦੇ ਸਕਦੇ, RTI ਪਾ ਸਕਦੇ ਹਾਂ। ਮਤਲਬ ਜੇ ਤੁਹਾਨੂੰ ਸਪੋਜ਼ ਸਾਨੂੰ ਫਿਰ ਨਹੀਂ 30 ਦਿਨ ਦੇ ਆਉਂਦੀ ਫਿਰ ਅਸੀਂ ਸੰਬੰਧਿਤ ਡਿਪਾਰਟਮੈਂਟ ਅਸੀਂ ਚੰਡੀਗੜ੍ਹ ਦੀ ਕੰਪਲੇਂਟ ਕਰ ਸਕਦੇ ਹਾਂ। ਸੋ ਜੇ ਸਾਨੂੰ 36 ਦਿਨਾਂ ਦੇ ਵਿੱਚ ਇਨਫੋਰਮੇਸ਼ਨ ਨਹੀਂ ਮਿਲਦੀ ਤੇ ਅਸੀਂ ਫਰਦਰ ਜਿਹੜੀ ਹੈ, ਮੈਂ ਸਰ ਚਾਹੂੰਗਾ ਤੁਸੀਂ ਇਹਦੇ ਵਿੱਚ ਕੁਝ ਹੋਰ ਐਡ ਅਪ ਕਰਨਾ। ਸਰ ਜਦੋਂ ਸਾਨੂੰ ਸੂਚਨਾ ਨਹੀਂ ਮਿਲਦੀ, ਹਰ ਡਿਪਾਰਟਮੈਂਟ ਦੇ ਵਿੱਚ ਪਬਲਿਕ ਸੂਚਨਾ ਅਧਿਕਾਰੀ ਦੇ ਨਾਲ ਇੱਕ ਫਸਟ ਅਪੀਲਡ ਅਥਾਰਟੀ ਬਣਾਈ ਗਈ ਹੈ। ਉਹ ਇਸ ਕਰਕੇ ਬਣਾਈ ਗਈ ਹੈ ਤਾਂ ਕਿ ਜੇ ਛੋਟੇ ਅਧਿਕਾਰੀ ਕੰਮ ਨਹੀਂ ਕਰਦੇ ਤੇ ਫੌਰਨ ਤੋਂ ਪੇਸ਼ਤਰ ਐਵੇਂ ਹੀ ਲੋਕ ਚੁੱਕ ਕੇ ਕਿਸੇ ਕੋਰਟ ਦੇ ਵਿੱਚ ਜਾਂ ਮਾਣਯੋਗ ਰਾਜ ਸੂਚਨਾ ਆਯੋਗ ਚੰਡੀਗੜ੍ਹ ਇਹ ਮੈਟਰ ਨਾ ਲਿਜਾ ਸਕਣ। ਉਹ ਫਸਟ ਅਪੀਲਡ ਅਥਾਰਟੀ ਉਸੇ ਵਿਭਾਗ ਦਾ ਮੁਖੀ ਹੁੰਦਾ ਜਾਂ ਕਿਸੇ ਨੂੰ ਵੀ ਅਪਾਇੰਟ ਕੀਤਾ ਹੁੰਦਾ। RTA ਐਕਟ ਦੇ ਅਧੀਨ ਇੱਕ ਲਿਸਟ ਬਣੀ ਹੋਈ ਪੰਜਾਬ ਸਰਕਾਰ ਦੇ ਸਾਰੇ ਮਹਿਕਮਿਆਂ ਦੀ, ਜਿਹਦੇ ਵਿੱਚ ਹਰ ਮਹਿਕਮੇ ਦਾ ਇੱਕ ਪਬਲਿਕ ਸੂਚਨਾ ਅਧਿਕਾਰੀ ਹੈ ਤੇ ਇੱਕ ਫਸਟ ਅਪੀਲਡ ਅਥਾਰਟੀ ਨਿਯੁਕਤ ਕੀਤਾ ਗਿਆ ਹੈ। ਜੇ 30 ਦਿਨ ਦੇ ਵਿੱਚ ਸਾਨੂੰ ਸੂਚਨਾ ਨਹੀਂ ਮਿਲਦੀ ਜਾਂ 48 ਘੰਟੇ ਜਿਹੜੀ ਅਸੀਂ ਮੰਗੀ ਸਪੈਸ਼ਲ ਐਪਲੀਕੇਸ਼ਨ ਲਾ ਕੇ ਉਹ ਨਹੀਂ ਮਿਲਦੀ, ਤਾਂ ਅਸੀਂ ਫਸਟ ਅਪੀਲਡ ਅਥਾਰਟੀ ਨੂੰ ਬਾਈ ਪੋਸਟ ਲਿਖਤੀ ਰੂਪ ਦੇ ਵਿੱਚ RTA ਅਰਜੀ ਦੀ ਕਾਪੀ, ਆਪਣੇ ID ਪ੍ਰੂਫ ਦੀ ਕਾਪੀ ਨਾਲ ਲਗਾ ਕੇ, ਪੋਸਟਲ ਆਰਡਰ ਦੀ ਕਾਪੀ ਨਾਲ ਲਗਾ ਕੇ ਅਪੀਲ ਕਰ ਸਕਦੇ ਹਾਂ, ਜਿਹਨੂੰ ਪਹਿਲੀ ਅਪੀਲ ਕਹਿੰਦੇ ਆ ਕਿ ਸਾਨੂੰ 30 ਦਿਨ 'ਚ ਸੂਚਨਾ ਨਹੀਂ ਮਿਲੀ। ਪਬਲਿਕ ਸੂਚਨਾ ਅਧਿਕਾਰੀ ਨੂੰ ਆਰਡਰ ਕੀਤਾ ਜਾਏ ਕਿ ਸਾਨੂੰ ਅਪੀਲ ਦੇ ਵਿੱਚ ਸੁਣ ਕੇ ਸਾਨੂੰ ਛੇਤੀ ਤੋਂ ਛੇਤੀ ਜਵਾਬ ਦਿੱਤਾ ਜਾਏ, ਤੇ ਜੋ ਜਵਾਬ ਸਮੇਂ ਤੇ ਨਹੀਂ ਦਿੰਦਾ 30 ਦਿਨ ਤੋਂ ਬਾਅਦ ਵੀ, ਤਾਂ ਹਰ ਦਿਨ ਵਾਸਤੇ ਉਹਨੂੰ 250 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ, ਜਿਹੜਾ 25000 ਰੁਪਏ ਤੱਕ ਕੀਤਾ ਜਾ ਸਕਦਾ ਹੈ। ਸੋ ਬੜਾ ਅਹਿਮ ਜਿਹੜੀ ਹੈ ਕਿ ਜੇ ਕੋਈ ਆਫੀਸਰ ਅਗਰ ਅਣਗਹਿਲੀ ਕਰਦਾ ਇਹ ਸੂਚਨਾ ਦੇਣ ਤੋਂ, ਤਾਂ ਉਸ ਨੂੰ ਪਲੈਂਟੀ ਜਿਹੜੀ ਹੈ ਸੂਚਨਾ ਨਾ ਦੇਣ ਦੇ ਵਿੱਚ ਉਸ ਨੂੰ ਜੁਰਮਾਨਾ ਲਗਾਇਆ ਜਾ ਸਕਦਾ। ਸਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਇਸ ਦੇ ਨਾਲ ਕਿਤੇ ਨਾ ਕਿਤੇ ਇਹ ਮੰਨਿਆ ਜਾਂਦਾ ਕਿ ਸਿਸਟਮ ਨੂੰ ਅਸੀਂ ਪਾਰਦਰਸ਼ੀ ਬਣਾ ਰਹੇ ਔਰ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਵਿੱਚ ਵੀ ਇਹ ਕਾਫੀ ਸਹਾਇਕ ਹੋਇਆ। ਸੋ ਇਹ ਕਿਸ ਤਰੀਕੇ ਨਾਲ ਤੁਹਾਡਾ ਇਹ ਨਜ਼ਰੀਆ ਇਸ ਚੀਜ਼ ਨੂੰ ਲੈ ਕੇ ਕਿਸ ਤਰੀਕੇ ਨਾਲ? ਬਿਲਕੁਲ RTA ਐਕਟ ਸਭ ਤੋਂ ਵੱਡਾ ਹਥਿਆਰ ਸਾਬਤ ਹੋਇਆ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ, ਗੇਮ ਚੇਂਜਰ ਇਹਨੂੰ ਕਿਹਾ ਜਾ ਸਕਦਾ। 2005 ਤੋਂ ਲੈ ਕੇ ਅੱਜ ਤੱਕ ਹਜ਼ਾਰਾਂ ਹੀ ਸਕੈਮ ਬਾਹਰ ਆਏ ਆ, ਸਿਰਫ RTA ਦੇ ਆਧਾਰ ਤੇ ਆਏ ਆ। ਜੇ ਦਿੱਲੀ ਦੇ ਵਿੱਚ ਇੱਕ ਸਰਕਾਰ ਇਸ ਵੇਲੇ ਆਮ ਆਦਮੀ ਪਾਰਟੀ ਦੀ ਹੈ ਤੇ ਉਹਦੇ ਕਨਵੀਨਰ ਜਿਹੜੇ ਆ RTI ਐਕਟਿਵਿਸਟ ਹੀ ਰਹੇ ਆ, ਜਿਹਦੇ ਨਾਲ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਵਾਜ਼ ਉਠਾਈ ਆ। ਉਸ ਤੋਂ ਬਾਅਦ ਲੋਕਾਂ 'ਚੋਂ ਇੰਨੇ ਪਪੂਲਰ ਹੋ ਗਏ ਕਿ ਉਹਨਾਂ ਨੂੰ ਪਾਰਟੀ ਬਣਾਉਣੀ ਪਈ ਤੇ ਉਸ ਤੋਂ ਬਾਅਦ ਉਹਨਾਂ ਨੇ ਸਰਕਾਰ ਬਣਾਈ। ਹੁਣ ਪੰਜਾਬ 'ਚ ਵੀ ਸਰਕਾਰ ਹੈ। ਸੋ RTI ਐਕਟ ਦੇ ਤਹਿਤ ਜੇ ਕੋਈ ਬੰਦਾ ਸਿਸਟਮ ਨਾਲ ਲੜਨਾ ਚਾਹੇ, ਸਿਸਟਮ ਦੀਆਂ ਗੱਲਾਂ ਸਾਹਮਣੇ ਲਿਆਉਣੀਆਂ ਚਾਹੇ, ਤਾਂ ਉਹ ਲਿਆ ਸਕਦਾ ਹੈ। ਉਹਦੇ ਲਈ ਕਿਸੇ ਤਲਵਾਰ ਦੀ ਲੋੜ ਨਹੀਂ, ਪੈਨ ਦੇ ਨਾਲ ਹੀ ਬਹੁਤ ਸਾਰਾ ਕੰਮ ਕੀਤਾ ਜਾ ਸਕਦਾ। ਕਈ ਸਰਕਾਰੀ ਅਧਿਕਾਰੀਆਂ ਤੇ ਕਈ ਮਹਿਕਮਿਆਂ ਨੂੰ ਸਹੀ ਕੀਤਾ ਜਾ ਸਕਦਾ, ਜਿਹੜਾ ਕਿ ਲੋਕ ਲਗਾਤਾਰ ਕਰ ਰਹੇ। ਸੋ ਭ੍ਰਿਸ਼ਟਾਚਾਰ ਜਿਹੜਾ ਹੈ ਉਸ ਨੂੰ ਨੱਥ ਪਾਈ ਜਾ ਸਕਦੀ, ਔਰ ਕਿਤੇ ਨਾ ਕਿਤੇ ਬੜਾ ਇੰਪੋਰਟੈਂਟ ਹੈ ਕਿ ਅਸੀਂ ਇਹ ਸਾਰੀ ਸੂਚਨਾ ਜਿਹੜੀ ਹੈ ਉਹ RTI ਦੇ ਤਹਿਤ ਜਿਹੜੀ ਹੈ ਉਹ ਹਾਸਲ ਕਰ ਸਕਦੇ। ਮੈਂ ਸ਼ਰਮਾ ਜੀ ਤੁਹਾਡੇ ਕੋਲੋਂ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਇਹ ਵੀ ਸ਼ਿਕਾਇਤਾਂ ਆਉਂਦੀਆਂ ਕਿ ਜਿਹੜਾ ਸੂਚਨਾ ਦਾ ਅਧਿਕਾਰ ਹੈ ਇਸ ਦਾ ਦੁਰਉਪਯੋਗ ਹੋ ਰਿਹਾ। ਸੋ ਇਹ ਕਿਸ ਤਰੀਕੇ ਨਾਲ ਦੁਰਉਪਯੋਗ ਹੁੰਦਾ, ਕਿ ਇਸ ਨੂੰ ਰੋਕਣ ਵਾਸਤੇ ਕੁਝ ਖਾਸ ਪ੍ਰੋਵੀਜ਼ਨਸ ਇਹਦੇ ਵਿੱਚ ਕੀਤੀਆਂ ਗਈਆਂ ਐਕਟ 'ਚ? ਹਾਂ, ਜਿਸ ਤਰ੍ਹਾਂ ਕਿ ਸੰਧੂ ਸਾਹਿਬ ਨੇ ਫਰਮਾਇਆ ਕਿ ਅਸੀਂ ਸੰਬੰਧਿਤ ਸਾਡੇ ਇੱਥੇ ਅਧਿਕਾਰੀ ਹੁੰਦੇ ਨੇ ਹਰ ਇੱਕ ਡਿਪਾਰਟਮੈਂਟ 'ਚ ਜੀ, ਜੇ ਕੋਈ ਉਹਦਾ ਦੁਰਉਪਯੋਗ ਕਰਦਾ ਹੈਗਾ ਅਸੀਂ ਉਹਨੂੰ ਕੰਪਲੇਂਟ ਕਰ ਸਕਦੇ ਹਾਂ ਉਹਦੇ ਅਗੇਂਸਟ। ਜਿੱਦਾਂ ਕਿਸੇ ਕੋ ਨਿੱਜੀ ਨਿੱਜੀ ਕਿਸੇ ਦਾ ਹਾਸਲ ਕਰਨਾ ਚਾਹੁੰਦੇ ਹਾਂ, ਉਹ ਨਿੱਜੀ ਜਾਂ ਉਹ ਦਿੰਦੇ ਆ ਕੋਈ ਉਹਦਾ ਬਾਇਓਡਾਟਾ, ਉਹਦੇ ਅਗੇਂਸਟ ਕੰਪਲੇਂਟ ਕੀਤੀ ਜਾ ਸਕਦੀ ਆ ਤੇ ਉਹਨੂੰ ਪੈਨਲਟੀ ਪਾਈ ਜਾ ਸਕਦੀ ਹੈ।
ਸੂਚਨਾ ਦਾ ਮੈਂ ਤੁਹਾਡੇ ਕੋਲ ਸੰਧੂ ਸਾਹਿਬ ਕਿ ਸੂਚਨਾ ਦਾ ਅਧਿਕਾਰ ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਬਹੁਤ ਸਾਰੀਆਂ ਸ਼ਿਕਾਇਤਾਂ ਦੇਖਦੇ ਹਾਂ ਕਿ ਕਿਸੇ ਨੇ ਸੂਚਨਾ ਲਈ ਔਰ ਉਸ ਤੋਂ ਬਾਅਦ ਉਸ ਦਾ ਦੁਰਉਪਯੋਗ ਹੋ ਰਿਹਾ। ਸੋ ਇਸ ਨੂੰ ਚੈੱਕ ਕਰਨ ਵਾਸਤੇ ਹੋਰ ਕੀ ਸੰਵਿਧਾਨਿਕ ਪ੍ਰੋਵੀਜ਼ਨ ਹੋ ਸਕਦੇ ਜਾਂ ਕਿਸ ਤਰੀਕੇ ਨਾਲ ਇਸ ਨੂੰ ਰੋਕਿਆ ਜਾ ਸਕਦਾ? ਬਲੈਕਮੇਲਿੰਗ ਜੀ, ਸੰਵਿਧਾਨਕ ਪ੍ਰੋਵੀਜ਼ਨ ਤਾਂ ਬਹੁਤ ਵਧੀਆ ਆਰਟੀ ਐਕਟ 'ਚ ਲਿਖਿਆ ਹੈ। ਪਬਲਿਕ ਸੂਚਨਾ ਅਧਿਕਾਰੀ ਨੂੰ ਪੂਰਾ ਅਧਿਕਾਰ ਦਿੱਤਾ ਗਿਆ ਕਿ ਸੂਚਨਾ ਦੇਣ ਤੋਂ ਪਹਿਲਾਂ ਉਹ ਚੈੱਕ ਕਰ ਲੇ ਕਿ ਹਾਂ ਇਹ ਸੂਚਨਾ ਪਬਲਿਕ ਇੰਟਰਸਟ ਦੀ ਹੈਗੀ ਹੈ ਕਿ ਨਹੀਂ ਹੈਗੀ ਹੈ, ਕਿਸੇ ਦੀ ਨਿੱਜੀ ਤਾਂ ਨਹੀਂ, ਕਿਸੇ ਦੇ ਜੀਵਨ ਨੂੰ ਖਤਰੇ 'ਚ ਤਾਂ ਨਹੀਂ ਪਾਏਗੀ। ਜਿਸ ਤਰ੍ਹਾਂ ਮੰਨ ਲਓ ਕਿਸੇ ਨੂੰ ਸਿਕਿਉਰਿਟੀ ਪੁਲਿਸ ਨੇ ਪ੍ਰੋਵਾਈਡ ਕੀਤੀ ਹੈ, ਮਾਨਯੋਗ ਹਾਈ ਕੋਰਟ ਦੇ ਹੁਕਮ ਤੇ ਪ੍ਰੋਵਾਈਡ ਕੀਤੀ ਹੈ, ਜਾਂ ਉਹਦੀ ਐਪਲੀਕੇਸ਼ਨ ਤੇ ਉਹਨੂੰ ਖਤਰਾ ਜਾਨ ਨੂੰ ਦੇਖਦੇ ਹੋਏ ਪ੍ਰੋਵਾਈਡ ਕੀਤੀ ਹੈ, ਉਹਦੇ ਬਾਰੇ ਜੇ ਕੋਈ ਸੂਚਨਾ ਮੰਗਦਾ ਪੁਲਿਸ ਅਧਿਕਾਰੀਆਂ ਦੇ ਕੋਲ ਤੇ ਉਹ ਨਾ ਕਰ ਸਕਦੇ ਕਿ ਇਸ ਉਹਦੀ ਸਿਕਿਉਰਿਟੀ ਨੂੰ ਖਤਰਾ ਹੈ। ਸੋ ਇਹ ਜੱਜ ਕਰਨਾ ਪਬਲਿਕ ਸੂਚਨਾ ਅਧਿਕਾਰੀ ਦਾ ਕੰਮ ਹੈ। ਲੋਕਾਂ ਨੇ ਹਰ ਪ੍ਰੋਵੀਜ਼ਨ ਦਾ ਦੁਰਉਪਯੋਗ ਕਰਨ ਦੀ ਆਪਣੇ ਨਿੱਜੀ ਫਾਇਦੇ ਲਈ ਕੋਸ਼ਿਸ਼ ਕਰਨੀ ਹੈ, ਪਰ ਸੰਬੰਧਿਤ ਅਧਿਕਾਰੀ ਇਸੇ ਕੰਮ ਲਈ ਇੱਥੇ ਬੈਠੇ ਆ ਕਿ ਸੰਵਿਧਾਨਕ ਪ੍ਰੋਵੀਜ਼ਨ ਦੇ ਅਨੁਸਾਰ ਹੀ ਸੂਚਨਾ ਦੇਣ, ਨਾ ਕਿ ਕਿਸੇ ਦੀ ਜਾਨ ਖਤਰੇ 'ਚ ਪਾਉਣ ਲਈ ਸੂਚਨਾ ਦੇਣ। ਬੜਾ ਅਹਿਮ ਬਿੰਦੂ ਜਿਹੜਾ ਤੁਸੀਂ ਰੱਖਿਆ ਕਿ ਕਿਸੇ ਦੀ ਜਾਨ ਜਿਹੜੀ ਹੈ ਉਸ ਨੂੰ ਅਸੀਂ ਖਤਰੇ ਵਿੱਚ ਨਹੀਂ ਪਾ ਸਕਦੇ ਸੂਚਨਾ ਦੇ ਅਧਿਕਾਰ ਦੇ ਨਾਲ। ਸੋ ਕਿਤੇ ਨਾ ਕਿਤੇ ਬੜਾ ਅਹਿਮ ਹੋ ਜਾਂਦਾ ਕਿ ਇਹ ਅਧਿਕਾਰੀ ਜਿਹੜਾ ਉਸ ਨੇ ਡਿਸਾਈਡ ਕਰਨਾ ਹੈ। ਸਰ, ਮੈਂ ਤੁਹਾਡੇ ਕੋਲੇ ਜਾਣਕਾਰੀ ਜਿਹੜੀ ਇਸ ਦੇ ਨਾਲ ਹੀ ਰਿਲੇਟਡ ਕਿ ਜਦੋਂ ਅਸੀਂ ਕਈ ਵਾਰੀ ਅਸੀਂ ਦੇਖਦੇ ਹਾਂ ਕਈ ਆਦਮੀ ਜਦੋਂ ਸੂਚਨਾ ਮੰਗਦੇ ਆ ਕਿ ਉਹ ਸੂਚਨਾ ਦੇ ਨਾਲ ਕੁਐਸਚਨ ਜਿਹੜਾ ਹੈ ਉਸ ਕੰਮ ਦੇ ਸੰਬੰਧ ਵਿੱਚ ਵੀ ਪੁੱਛ ਸਕਦੇ ਜਾਂ ਸੂਚਨਾ ਹੀ ਇਕੱਲੀ ਮੰਗੀ ਜਾ ਸਕਦੀ? ਇਹ ਥੋੜਾ ਸਪੈਸੀਫਿਕਲੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ, ਕਿਉਂਕਿ ਆਮ ਤੌਰ ਤੇ ਬਹੁਤ ਦਵੰਦ ਜਿਹੜਾ ਹੈ ਉਹ ਦਰਸ਼ਕਾਂ ਦੇ ਮਨ ਦੇ ਵਿੱਚ ਰਹਿੰਦਾ ਇਸ ਚੀਜ਼। ਸਰ, ਸਭ ਤੋਂ ਵੱਡੀ ਗੱਲ ਹੀ ਸੂਚਨਾ ਅਧਿਕਾਰ ਕਾਨੂੰਨ 'ਚ ਹੈ ਕਿ ਲੋਕ ਸਮਝਦੇ ਆ ਵੀ ਇਹਦੇ ਵਿੱਚ ਅਸੀਂ ਸਾਰੇ ਸਵਾਲ ਪੁੱਛ ਸਕਦੇ ਹਾਂ ਕਿ ਫਲਾਨਾ ਕੰਮ ਕਿਉਂ ਕੀਤਾ, ਟਮਕਾਨਾ ਕੰਮ ਕਿਉਂ ਨਹੀਂ ਕੀਤਾ, ਇਹ ਦੇਰੀ ਕਿਉਂ ਹੋ ਗਈ। ਇਦਾਂ ਦਾ ਕੋਈ ਪ੍ਰੋਵੀਜ਼ਨ ਸੂਚਨਾ ਅਧਿਕਾਰ ਕਾਨੂੰਨ 'ਚ ਨਾ ਸੀ, ਨਾ ਹੈ ਤੇ ਨਾ ਹੀ ਹੋਣ ਦੀ ਕੋਈ ਸੰਭਾਵਨਾ ਹੈ। ਧਾਰਾ 2F ਸੂਚਨਾ ਅਧਿਕਾਰ ਕਾਨੂੰਨ 2005 ਵਿੱਚ ਸਾਫ਼ ਲਿਖਿਆ ਹੈ ਕਿ ਸੂਚਨਾ ਕੀ ਹੁੰਦੀ ਹੈ। ਸੂਚਨਾ ਦਾ ਮਤਲਬ ਹੈ ਕੋਈ ਫਾਈਲ, ਕੋਈ ਵੀ ਜੋ ਆਰਡਰ ਸਰਕਾਰੀ ਦਫ਼ਤਰ ਨੇ ਪਾਸ ਕੀਤਾ ਹੈ, ਕੋਈ ਟੈਂਡਰ ਲਗਾਇਆ ਹੈ, ਕੋਈ ਖਰੀਦ ਕੀਤੀ ਹੈ, ਕੋਈ ਵੀ ਨੋਟਿੰਗ ਲਿਖ ਕੇ ਇੱਕ ਡਿਪਾਰਟਮੈਂਟ ਨੇ ਆਪਣੇ ਡਿਪਾਰਟਮੈਂਟ ਨੂੰ ਜਾਂ ਦੂਜੇ ਡਿਪਾਰਟਮੈਂਟ ਨੂੰ ਭੇਜੀ ਹੈ, ਜਾਂ ਕੋਈ ਵੀ ਕਿਸੇ ਚੀਜ਼ ਦੇ ਬਾਰੇ ਰਿਕਾਰਡ ਮੇਨਟੇਨ ਕੀਤਾ ਹੈ ਜਿਹੜਾ ਕਿ ਰਜਿਸਟਰਾਂ ਦੇ ਵਿੱਚ ਤੇ ਕੰਪਿਊਟਰ ਫਲॉपੀ ਜਾਂ ਕੰਪਿਊਟਰ ਰਿਕਾਰਡ ਦੇ ਰੂਪ ਵਿੱਚ ਸਰਕਾਰੀ ਦਫ਼ਤਰ 'ਚ ਉਪਲਬਧ ਹੈ, ਉਸ ਨੂੰ ਅਸੀਂ ਸੂਚਨਾ ਕਹਿੰਦੇ ਹਾਂ। ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਕਿੰਤੂ ਪਰੰਤੂ ਨਹੀਂ ਕੀਤੀ ਜਾ ਸਕਦੀ। ਇਹ ਨਹੀਂ ਪੁੱਛਿਆ ਜਾ ਸਕਦਾ, ਸਵਾਲ ਨਹੀਂ ਕੀਤੇ ਜਾ ਸਕਦੇ ਕਿ ਇਹ ਕੰਮ ਕਿਉਂ, ਕਦੋਂ ਹੋਏਗਾ ਜਾਂ ਕਿਉਂ ਹੋਇਆ ਜਾਂ ਕਿਉਂ ਨਹੀਂ ਹੋਇਆ। ਸਵਾਲ ਬਿਲਕੁਲ ਵਰਜਿਤ ਹਨ। ਸਵਾਲ ਕਰਨ ਦਾ ਅਧਿਕਾਰ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਨਹੀਂ ਹੈ। ਸਿਰਫ ਤੇ ਸਿਰਫ ਐਗਜ਼ਿਸਟਿੰਗ ਸੂਚਨਾ ਮੰਗੀ ਜਾ ਸਕਦੀ ਹੈ, ਐਗਜ਼ਿਸਟਿੰਗ ਰਿਕਾਰਡ ਮੰਗਿਆ ਜਾ ਸਕਦਾ, ਐਸੀ ਚੀਜ਼ ਮੰਗੀ ਜਾ ਸਕਦੀ ਹੈ 2F ਦੇ ਅਧੀਨ ਜਿਹੜੀ ਕਿ ਐਗਜ਼ਿਸਟ ਕਰਦੀ ਹੈ ਰਜਿਸਟਰ ਦੇ ਵਿੱਚ ਤੇ ਜਿਹੜੀ ਪਬਲਿਕ ਇੰਟਰਸਟ ਨਾਲ ਸੰਬੰਧਿਤ ਹੈ। ਹਰ ਸੂਚਨਾ ਨਹੀਂ ਲਈ ਜਾ ਸਕਦੀ, ਇਹਦਾ ਨਾਮ ਸੂਚਨਾ ਹੈ ਪਰ ਇਹ ਹੈ ਸੰਬੰਧਿਤ ਰਿਕਾਰਡ ਤੇ ਦਸਤਾਵੇਜ਼ ਹੀ ਹਨ। ਜੀ, ਸੋ ਬਹੁਤ ਸਪਸ਼ਟਤਾ ਦੇ ਨਾਲ ਇਹ ਗੱਲ ਵੀ ਸਾਬਤ ਹੋ ਰਹੀ ਹੈ ਕਿ ਸੂਚਨਾ ਮੰਗੀ ਜਾ ਸਕਦੀ, ਅਸੀਂ ਪ੍ਰਸ਼ਨ ਨਹੀਂ ਪੁੱਛ ਸਕਦੇ। ਪ੍ਰਸ਼ਨ ਮਤਲਬ ਕਿ ਅਸੀਂ ਸਵਾਲ ਨਹੀਂ ਕਰ ਸਕਦੇ ਕਿ ਕਿਉਂ ਇਹ ਕੰਮ ਨਹੀਂ ਹੋਇਆ। ਸੋ ਕਿਤੇ ਨਾ ਕਿਤੇ ਆਮ ਤੌਰ ਤੇ ਦਰਸ਼ਕਾਂ ਦੇ ਮਨ ਦੇ ਵਿੱਚ ਹੁੰਦਾ ਕਿ ਅਸੀਂ ਸਾਰੇ ਆਫੀਸਰਸ ਦੇ ਕੋਲੋਂ ਸ਼ਾਇਦ ਇਹ ਸਾਰੇ ਸਵਾਲ ਪੁੱਛ ਸਕਦੇ ਹਾਂ। ਸੋ RTI ਦੇ ਵਿੱਚ ਸਿਰਫ ਅਸੀਂ ਸੂਚਨਾਵਾਂ ਲੈ ਸਕਦੇ ਹਾਂ ਕਿ ਜਿਹੜਾ ਕੰਮ ਜਾਂ ਫਾਈਲ ਜਿਹੜੀ ਹੈ ਉਹ ਕਿੱਥੇ ਰੁਕੀ ਹੋਈ ਹੈ। ਮੈਂ ਜਿਹੜੀ ਸ਼ਰਮਾ ਤੁਹਾਡੇ ਕੋਲੋਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਕਿਤੇ ਜਾਂਚ ਚੱਲ ਰਹੀ ਹੁੰਦੀ ਹੈ ਕਿਸੇ ਵਿਅਕਤੀ ਦੇ ਨਾਲ, ਕੋਈ ਉਸ ਦਾ ਕੋਰਟ ਵਿੱਚ ਮੈਟਰ ਹੁੰਦਾ ਕਿ ਉਸ ਦੇ ਜਾਂਚ ਦੇ ਨਾਲ ਸੰਬੰਧਿਤ ਵੀ ਕੋਈ ਸੂਚਨਾ ਜਿਹੜੀ ਹੈ ਉਹ ਹਾਸਲ ਕੀਤੀ ਜਾ ਸਕਦੀ ਜਾਂ ਨਹੀਂ? ਹਾਂਜੀ, ਜ਼ਰੂਰ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਰਿਕਾਰਡਸ ਉਹਦੇ ਅਕੋਰਡਿੰਗ ਹੀ ਸਾਡੀ ਕੇਸ ਦੀ ਬੇਸ ਬਣਦਾ ਜੀ। ਸਾਰੀ ਉਹਦੀ ਰਿਕਾਰਡਸ ਪਤਾ ਲੱਗਦਾ, ਕ੍ਰਿਮੀਨਲ ਦਾ ਕਹਿ ਲਓ ਪਿਛਲਾ ਜੋ ਵੀ ਕੇਸ ਉਹਦਾ ਹੈ, ਇਹਨੇ ਕੀ ਕੰਮ ਕੀਤੇ, ਕੀ ਭ੍ਰਿਸ਼ਟਾਚਾਰ ਕੀਤਾ ਆਪਣੇ ਸਿਸਟਮ 'ਚ, ਇਹਨੇ ਕਿੰਨਾ ਕੁ ਫੇਅਰ ਆ। ਸਿਰਫ ਉਹਨੂੰ ਉਹ ਬਲ ਹੈ ਐਫੀਸ਼ੀਐਂਸੀ ਲੈਣ ਵਾਸਤੇ ਨਾ ਪ੍ਰਸ਼ਾਸਨ 'ਚ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ, ਜਾਂ ਕੋਈ ਇਹਦੇ ਜਿਹੜੀ ਇਹਦੇ ਪੱਖਪਾਤ ਨਹੀਂ ਹੋ ਰਿਹਾ, ਉਹ ਸਾਰਾ ਅਸੀਂ ਰਿਕਾਰਡਸ ਲੈ ਸਕਦੇ ਹਾਂ ਜੀ। ਸਰ, ਮੈਂ ਚਾਹੂੰਗਾ ਤੁਸੀਂ ਇਹਦੇ 'ਚ ਕੀ ਐਡ ਅਪ ਕਰਨਾ ਚਾਹੋ। ਇਸ ਤੋਂ ਇਲਾਵਾ ਇੱਕ ਧਾਰਾ 8(1)(h) ਹੈ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ, ਜਿਹੜਾ ਕਹਿੰਦਾ ਹੈ ਕਿ ਜਦੋਂ ਪੁਲਿਸ ਕਿਸੇ ਮਸਲੇ ਦੇ ਵਿੱਚ, ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਜਾਂਚ ਕਰ ਰਹੀ ਹੈ, ਚਾਹੇ ਉਹ CBI ਹੋਏ, ਚਾਹੇ ਉਹ NSG ਹੋਏ, ਚਾਹੇ ਲੋਕਲ ਪੁਲਿਸ ਹੋਏ, ਚਾਹੇ ਕੋਈ ਹੋਰ ਵੀ ਇਨਵੈਸਟੀਗੇਟਿੰਗ ਏਜੰਸੀ ਹੋਏ ਜਿਹੜੀ FIR ਦਰਜ ਕਰਨ ਤੋਂ ਬਾਅਦ ਜਾਂਚ ਕਰ ਰਹੀ ਹੈ, ਉਸ ਸੰਬੰਧੀ ਕੋਈ ਵੀ ਰਿਕਾਰਡ ਅਸੀਂ ਨਹੀਂ ਲੈ ਸਕਦੇ, ਕਿਉਂਕਿ ਉਹ ਜੇ ਸੂਚਨਾ ਲੀਕ ਹੋ ਜਾਏਗੀ, ਕਾਗਜ਼ ਲੀਕ ਹੋ ਜਾਣਗੇ ਤਾਂ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ, ਜਾਂਚ ਦੇ ਵਿੱਚ ਪ੍ਰਭਾਵ ਪੈ ਸਕਦਾ ਹੈ, ਸੰਬੰਧਿਤ ਵਿਅਕਤੀ ਛੁੱਟ ਸਕਦੇ ਨੇ। ਹਾਂ, ਜਦੋਂ ਜਾਂਚ ਪੂਰੀ ਹੋ ਕੇ ਰਿਪੋਰਟ ਬਣ ਜਾਏ ਫਿਰ ਅਸੀਂ ਰਿਪੋਰਟ ਦੀ ਕਾਪੀ ਸੰਬੰਧਿਤ ਪੁਲਿਸ ਮਹਿਕਮੇ ਤੋਂ ਜਾਂ CBI ਤੋਂ ਜਾਂ ਹੋਰ ਸੰਬੰਧਿਤ ਮਹਿਕਮਿਆਂ ਤੋਂ ਲੈ ਸਕਦੇ ਹਾਂ। ਪਰ ਇਹਦੇ ਵਿੱਚ ਵੀ ਇੱਕ ਭਾਰਤ ਸਰਕਾਰ ਨੇ ਅਮੈਂਡਮੈਂਟ ਕਰਕੇ CBI ਨੂੰ RTI ਐਕਟ ਦੇ ਦਾਇਰੇ ਵਿੱਚੋਂ ਬਾਹਰ ਕਰ ਦਿੱਤਾ।
ਸੋ ਬੜਾ ਇੰਪੋਰਟੈਂਟ ਹੈ ਕਿ ਬਹੁਤ ਸਾਰੀਆਂ ਜਾਣਕਾਰੀਆਂ, ਕਿਉਂਕਿ ਇਸ ਦੇ ਨਾਲ ਜਦੋਂ ਐਕਟ ਬਣਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਗਈਆਂ ਔਰ ਕਿਸ ਤਰੀਕੇ ਨਾਲ ਇਸ ਦਾ ਦੁਰਉਪਯੋਗ ਹੋ ਸਕਦਾ ਸੀ ਉਸ ਨੂੰ ਚੈੱਕ ਕਰਨ ਵਾਸਤੇ ਬਹੁਤ ਸਾਰੇ ਪ੍ਰੋਵੀਜ਼ਨ ਜਿਹੜੇ ਉਹ ਕੀਤੇ ਗਏ। ਸੋ ਕਿਤੇ ਨਾ ਕਿਤੇ ਜਾਂਚ ਪ੍ਰਭਾਵਿਤ ਨਾ ਹੋ ਜਾਏ, ਸੋ ਉਸ ਦੇ ਵਾਸਤੇ ਵੀ ਇਹਦੇ ਵਿੱਚ ਵਿਵਸਥਾ ਕੀਤੀ ਗਈ। ਸਰ ਮੈਂ ਜਿਹੜੀ ਤੁਹਾਡੇ ਕੋਲੋਂ ਇਹ ਚੀਜ਼ ਕਿ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਲੋਕੀ ਇਹੋ ਜਿਹੀ ਸੂਚਨਾ ਮੰਗਦੇ ਆ ਕਿ ਜਿਹਦੇ ਵਿੱਚ ਰਿਕਾਰਡ ਅਵੇਲੇਬਲ ਨਹੀਂ ਹੁੰਦਾ, ਤਾਂ ਉਸ ਸਥਿਤੀ ਦੇ ਵਿੱਚ ਜਿਹੜਾ ਸੂਚਨਾ ਅਧਿਕਾਰੀ ਹੈ ਉਹ ਕਿਸ ਤਰੀਕੇ ਦੇ ਨਾਲ ਆਪਣਾ ਜਵਾਬ ਦੇ ਸਕਦਾ ਜਾਂ ਕਿਸ ਤਰੀਕੇ ਦੇ ਨਾਲ ਉਹ ਚੀਜ਼ ਜਿਹੜੀ ਉਸ ਨੂੰ ਡੀਲ ਕੀਤਾ ਜਾ ਸਕਦਾ? ਸਰ ਇਹਦੇ ਚ ਇੱਦਾਂ, ਜੇ ਸਰਕਾਰੀ ਦਫ਼ਤਰ ਵਿੱਚ ਕੋਈ ਸੰਬੰਧਿਤ ਸੂਚਨਾ ਨਹੀਂ ਹੈ ਜੀ ਤਾਂ ਉਹਨੂੰ ਡਿਸਟਰੋਏ ਕਰਨ ਦਾ ਕੋਈ ਨਾ ਕੋਈ ਰਿਕਾਰਡ ਉਹਨਾਂ ਕੋਲ ਮੌਜੂਦ ਹੁੰਦਾ ਹੈ ਕਿ ਇੰਨੀਆਂ ਫਾਈਲਾਂ ਇੰਨੇ ਸਾਲ ਦੀਆਂ ਅਸੀਂ ਫਲਾਣੇ ਆਰਡਰ ਦੇ ਰਾਹੀਂ ਫਲਾਣੇ ਦਿਨ ਡਿਸਟਰੋਏ ਕਰ ਦਿੱਤੀਆਂ, ਜਾਂ ਸਾਡੇ ਰਿਕਾਰਡ ਰੂਮ 'ਚ ਜਾਂ ਸੰਬੰਧਿਤ ਜਿੱਥੇ ਵੀ ਉਹ ਰਿਕਾਰਡ ਪਿਆ ਸੀ ਉਹਦੇ 'ਚ ਅੱਗ ਲੱਗ ਗਈ ਹੈ ਤੇ ਉਹ ਖਤਮ ਹੋ ਗਿਆ ਹੈ। ਉਹਦੇ ਬਾਰੇ ਜਿਹੜੀ ਵੀ ਐਂਟਰੀ ਹੈ ਉਹਦੀ ਕਾਪੀ ਦੇ ਦੇ। ਜੇ ਐਂਟਰੀ ਦੀ ਕਾਪੀ ਨਹੀਂ ਹੈਗੀ ਤਾਂ ਲਿਖ ਕੇ ਦਿੱਤਾ ਜਾ ਸਕਦਾ ਕਿ ਇਹ ਰਿਕਾਰਡ ਸਾਡੇ ਦਫ਼ਤਰ ਮੌਜੂਦ ਨਹੀਂ ਹੋ ਸਕਦਾ, ਕਿਸੇ ਹੋਰ ਦਫ਼ਤਰ ਦੇ ਵਿੱਚ ਹੋਏ। ਜੀ ਜੀ ਸੋ ਕਿਤੇ ਨਾ ਕਿਤੇ ਇਹੋ ਜਿਹੀਆਂ ਜਾਣਕਾਰੀਆਂ ਜਿਹੜੀਆਂ ਹੈ ਅਗਰ ਅਵੇਲੇਬਲ ਨਹੀਂ ਹੈ ਤਾਂ ਉਸ ਦਾ ਵੀ ਪ੍ਰੋਵੀਜ਼ਨ ਹੈ। ਇੱਕ ਚੀਜ਼ ਜਿਹੜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਇਹ ਮੰਨਿਆ ਜਾਂਦਾ ਕਿ ਸੂਚਨਾ ਅਸੀਂ ਕੇਵਲ ਸਰਕਾਰੀ ਦਫ਼ਤਰਾਂ ਤੋਂ ਹੀ ਹਾਸਲ ਕਰ ਸਕਦੇ ਹਾਂ। ਕੀ ਇਹਦੇ ਵਿੱਚ ਕੁਝ ਨਿੱਜੀ ਸੰਸਥਾਨ ਜਾਂ ਪ੍ਰਾਈਵੇਟ ਸੰਸਥਾਨ ਵੀ ਇਸ ਦਾਇਰੇ ਵਿੱਚ ਆਉਂਦੇ ਆ ਜਾਂ ਕਿਸ ਤਰੀਕੇ ਦੇ ਨਾਲ ਸੰਵਿਧਾਨ 'ਚ ਇਹਦਾ ਵਰਣਨ ਕੀਤਾ ਗਿਆ? ਰਾਈਟ ਟੂ ਇਨਫੋਰਮੇਸ਼ਨ ਸਾਫ਼ ਲਿਖਿਆ ਜੀ ਕਿ ਰਾਈਟ ਟੂ ਇਨਫੋਰਮੇਸ਼ਨ ਹਰ ਉਸ ਸੰਸਥਾ ਦੇ ਉੱਤੇ ਤੇ ਹਰ ਉਸ ਬੰਦੇ ਤੇ ਲਾਗੂ ਹੁੰਦਾ ਹੈ ਜਿਹਨੂੰ, ਜਿਹੜੀ ਸੰਸਥਾ ਨੂੰ ਜਾਂ ਜਿਹੜੇ ਮਹਿਕਮੇ ਨੂੰ ਜਾਂ ਜਿਹੜੀ ਵੀ ਸਕੂਲ ਵਗੈਰਾ ਜਾਂ ਜੋ ਵੀ ਚਲਾਉਂਦਾ ਹੈ ਕੋਈ ਬੰਦਾ, ਉਹਨੂੰ ਸਰਕਾਰ ਦੀ ਪ੍ਰੋਵੀਜ਼ਨ ਦੇ ਅਨੁਸਾਰ ਕਿਸੇ ਐਕਟ ਅਧੀਨ ਪਰਮਿਸ਼ਨ ਲੈ ਕੇ ਚਲਾਇਆ ਜਾ ਰਿਹਾ ਜਾਂ ਖੋਲ੍ਹਿਆ ਹੈ। ਜਿੱਦਾਂ ਦਵਾਈ ਦੀ ਦੁਕਾਨ, ਪ੍ਰਾਈਵੇਟ ਕਰਿਆਨੇ ਦੀ ਦੁਕਾਨ ਵੀ, ਈਵਨ ਸਰਕਾਰੀ ਪ੍ਰਾਈਵੇਟ ਸਕੂਲ ਜਾਂ ਪ੍ਰਾਈਵੇਟ ਫੈਕਟਰੀ, ਇਹ ਸਾਰੀਆਂ ਚੀਜ਼ਾਂ ਸਰਕਾਰ ਕੋਲੋਂ ਪਰਮਿਸ਼ਨ ਲੈ ਕੇ ਹੀ ਚੱਲਦੀਆਂ ਹਨ। ਆਪਣੇ ਆਪ ਕੋਈ ਨਹੀਂ ਚਲਾ ਸਕਦਾ, ਨਹੀਂ ਤਾਂ ਇਹਨੂੰ ਇਲੀਗਲ ਕਿਹਾ ਜਾਂਦਾ ਹੈ ਜੀ। ਸੋ ਉਹਦੇ ਬਾਰੇ ਅਸੀਂ ਸੂਚਨਾ ਲੈ ਸਕਦੇ ਹਾਂ। ਪਲੱਸ ਜਿਹੜਾ ਵੀ ਕਿਸੇ ਸੰਸਥਾ ਨੂੰ ਸਰਕਾਰ ਵੱਲੋਂ 1 ਰੁਪਈਏ ਦੀ ਵੀ ਗ੍ਰਾਂਟ ਮਿਲ ਰਹੀ ਹੈ, ਚਾਹੇ ਉਹ ਗ੍ਰਾਂਟ ਦੀ ਸੰਖਿਆ ਕਿੰਨੀ ਵੀ ਹੋਏ, ਕੋਈ ਹਜ਼ਾਰਾਂ 'ਚ ਹੋਏ, ਲੱਖਾਂ 'ਚ ਹੋਏ, ਕਰੋੜਾਂ 'ਚ ਹੋਏ, ਉਹ RTI ਐਕਟ ਦੇ ਥੱਲੇ ਆਉਂਦੇ ਹਨ, ਉਹਨਾਂ ਦੇ ਕੋਲੋਂ ਸੂਚਨਾ ਲਈ ਜਾ ਸਕਦੀ ਹੈ। ਸੋ ਜਿਹੜੀਆਂ ਵੀ ਸੰਸਥਾਵਾਂ ਸਰਕਾਰ ਤੋਂ ਕਿਤੇ ਨਾ ਕਿਤੇ ਏਡ ਲੈਂਦੀਆਂ ਹਨ ਜਾਂ ਨਿੱਜੀ ਸਰਕਾਰੀ ਨਿਯਮਾਂ ਦੇ ਨਾਲ ਚੱਲਦੀਆਂ ਹਨ, ਸੋ ਉਹ ਸਾਰੀਆਂ ਇਸ ਅਧਿਕਾਰ ਦੇ ਥੱਲੇ ਹੁੰਦੀਆਂ। ਸਰ ਮੈਂ ਜਿਹੜੀ ਚੀਜ਼ ਤੁਹਾਡੇ ਕੋਲੋਂ ਕਿ ਇਸ ਅਧਿਕਾਰ ਨੂੰ ਲਾਗੂ ਹੋਏ ਬਹੁਤ ਸਾਰੇ ਸਾਲ ਹੋ ਗਏ, ਅੱਜ ਵੀ ਲੋਕ ਕਿਤੇ ਨਾ ਕਿਤੇ ਕਈ ਵਾਰੀ ਕਨਫਿਊਜ਼ ਹੁੰਦੇ ਆ। ਪ੍ਰਚਾਰ ਔਰ ਪ੍ਰਸਾਰ ਲਈ, ਅਵੇਅਰਨੈਸ ਲਈ ਹੋਰ ਕੀ ਕੀਤਾ ਜਾਣਾ ਚਾਹੀਦਾ ਤੁਹਾਡੇ ਹਿਸਾਬ? ਸਭ ਤੋਂ ਜ਼ਰੂਰੀ ਹੈ ਸਰਕਾਰੀ ਅਧਿਕਾਰੀਆਂ ਨੂੰ ਥੋੜਾ ਜਿਹਾ ਸ਼ਿਕਸ਼ਿਤ ਕੀਤਾ ਜਾਏ, ਬਿਕੋਜ਼ ਉਹ ਆਪਣਾ ਸਰਕਾਰੀ ਕੰਮ ਕਰਨਗੇ ਕਿ ਇਹਦੇ ਬਾਰੇ ਕਾਨੂੰਨੀ ਨੁਕਤੇ ਲੱਭਣਗੇ। ਸੋ ਹਰ ਮਹਿਕਮੇ ਦੇ ਵਿੱਚ ਇੱਕ ਕਾਨੂੰਨੀ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ, ਜਿਹੜਾ ਕਿ ਇਹਨਾਂ ਅਰਜ਼ੀਆਂ ਨੂੰ ਵਾਚ ਕੇ ਇਹ ਦੇਖੇ ਕਾਨੂੰਨੀ ਪ੍ਰੋਵੀਜ਼ਨ ਕੀ ਬਣਦਾ ਹੈ, ਸੂਚਨਾ ਦਿੱਤੀ ਜਾ ਸਕਦੀ ਹੈ ਕਿ ਨਹੀਂ ਦਿੱਤੀ ਜਾ ਸਕਦੀ। ਕਿਉਂਕਿ ਜਿਹੜਾ ਵੀ ਰਿਕਾਰਡ ਪਬਲਿਕ ਰਿਕਾਰਡ ਹੈ, ਜਿੱਦਾਂ ਸਿਵਲ ਹਸਪਤਾਲ 'ਚ ਪਿਆ ਰਿਕਾਰਡ, DC ਦਫ਼ਤਰ 'ਚ ਪਿਆ ਰਿਕਾਰਡ, ਤਹਿਸੀਲਦਾਰ ਦਫ਼ਤਰ 'ਚ ਪਿਆ ਰਿਕਾਰਡ, ਥਾਣਿਆਂ 'ਚ ਪਿਆ ਰਿਕਾਰਡ, ਕਾਰਪੋਰੇਸ਼ਨ 'ਚ ਪਿਆ ਸਾਰਾ ਰਿਕਾਰਡ, ਇਹ ਸਾਰਾ ਸਰਕਾਰੀ ਰਿਕਾਰਡ ਜਿਹਨੂੰ ਅਸੀਂ ਪਬਲਿਕ ਰਿਕਾਰਡ ਕਹਿ ਸਕਦੇ ਹਾਂ, ਇਹ ਸੂਚਨਾ ਅਧਿਕਾਰ ਦੇ ਦਾਇਰੇ ਵਿੱਚ ਆਂਦਾ ਹੈ। ਬੈਂਕ ਦੇ ਵਿੱਚ ਕੋਈ ਮੰਨ ਲਓ ਕਿਸੇ ਦਾ ਕੋਈ ਖਾਤਾ ਹੈ, ਕੋਈ ਉਹਦਾ ਰਿਕਾਰਡ ਹੈ, ਕੋਈ ਉਹਦਾ ਲੋਨ ਹੈ, ਇੱਕ ਉਹ, ਪਲੱਸ ਪਾਸਪੋਰਟ ਦਫ਼ਤਰ ਦੇ ਵਿੱਚ ਕੋਈ ਜਿੱਦਾਂ ਉਹਦੇ ਪਾਸਪੋਰਟ ਦੀ ਹੈ ਸੂਚਨਾ ਹੈ ਜਾਂ IT ਰਿਟਰਨਸ ਵਗੈਰਾ ਨੇ, ਉਹਦੀ ਸੂਚਨਾ ਨਹੀਂ ਦਿੱਤੀ ਜਾ ਸਕਦੀ। ਉਹ ਇੱਕ ਨਿੱਜੀ ਰਿਕਾਰਡ ਮੰਗਿਆ ਜਾਂਦਾ ਹੈ। ਉਹ ਸਪੈਸ਼ਲ ਸਰਕਮਸਟੈਂਸਿਸ ਦੇ ਵਿੱਚ ਹੀ ਕਿਤੇ ਕੋਰਟ ਕੋਲੋਂ ਆਰਡਰ ਲੈ ਕੇ, ਜਾਂ ਜੇ ਪਬਲਿਕ ਸੂਚਨਾ ਅਧਿਕਾਰੀ ਸੋਚਦਾ ਹੈ ਕਿ ਕਿਸੇ ਖਾਸ ਪਬਲਿਕ ਪਰਪਸ ਲਈ ਇਹਦੀ ਲੋੜ ਹੈ ਤਾਂ ਉਹਨੂੰ ਦਿੱਤਾ ਜਾ ਸਕਦਾ। ਅਦਰਵਾਈਜ਼ 99.9% ਉਹ ਰਿਕਾਰਡ ਨਹੀਂ ਦਿੱਤਾ ਜਾ ਸਕਦਾ। ਸੋ ਪਹਿਲਾ ਤੇ ਲਾਸਟ ਕ੍ਰਾਈਟੇਰੀਆ ਹੈ ਕਿ ਰਿਕਾਰਡ ਪਬਲਿਕ ਹੋਣਾ ਚਾਹੀਦਾ ਹੈ। ਪਬਲਿਕ ਰਿਕਾਰਡ ਦਿੱਤਾ ਜਾ ਸਕਦਾ, ਪਲੱਸ ਉਹ ਰਿਕਾਰਡ ਦਿੱਤਾ ਜਾ ਸਕਦਾ ਹੈ ਜਿਹਦਾ ਕੋਈ ਪਬਲਿਕ ਇੰਟਰਸਟ ਲਈ ਇਸਤੇਮਾਲ ਕੀਤਾ ਜਾਂਦਾ ਹੈ। ਸੋ ਬੜਾ ਇੰਪੋਰਟੈਂਟ ਹੈ ਕਿ ਕਿਤੇ ਨਾ ਕਿਤੇ ਪਬਲਿਕ ਇੰਟਰਸਟ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਹੈ ਔਰ ਇਹ ਸਾਰੀ ਸੂਚਨਾ ਜਿਹੜੀ ਉਹਦੇ ਵਿੱਚ ਲਈ ਜਾ ਸਕਦੀ। ਸਰ ਮੈਂ ਸ਼ਰਮਾ ਜੀ ਤੁਹਾਡੇ ਕੋਲੋਂ ਕਿ ਆਮ ਤੌਰ ਤੇ ਇਹਦੇ ਵਿੱਚ ਹੈ ਕਿ ਥਰਡ ਪਾਰਟੀ ਇਨਫੋਰਮੇਸ਼ਨ ਲਈ ਜਾ ਸਕਦੀ ਜਾਂ ਆਪਣੇ ਬਾਰੇ ਇਨਫੋਰਮੇਸ਼ਨ ਲਈ ਜਾਂ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਹਾਸਲ ਕੀਤੀ, ਕਿਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਕਿੱਦਾਂ ਡਿਫਾਈਨ ਕਰਦੇ? ਦੇਖੋ ਥਰਡ ਪਾਰਟੀ ਦੀ ਵੀ ਲਈ ਜਾ ਸਕਦੀ ਆ, ਆਪਣੀ ਲਈ ਜਾ ਸਕਦੀ ਆ। ਇਹ ਸਾਰੀਆਂ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਅਸੀਂ ਲੈ ਸਕਦੇ ਹਾਂ, ਕਿਉਂਕਿ ਇਹਦੇ 'ਚ ਬਕਾਇਦਾ ਹੈ ਤਾਂ ਉਹੀ ਫਿਰ ਐਫੀਸ਼ੀਐਂਸੀ ਲਿਆਉਂਦੀ ਹੈ ਨਾ, ਕਾਰਕੁਸ਼ਤਾ ਪਾਰਦਰਸ਼ਤਾ ਲਿਆਉਣ ਵਾਸਤੇ ਪ੍ਰਸ਼ਾਸਨ 'ਚ। ਅਤੇ ਇਹ ਲਈ ਆ ਵੀ ਕਿਹੜਾ ਡਿਪਾਰਟਮੈਂਟ, ਜਿੱਦਾਂ ਬਾਹਰਲੇ ਮੁਲਕਾਂ 'ਚ ਤਾਂ ਬੜੀ ਦੇਰ ਦੀ ਇਹ ਹੋ ਗਈ ਸੀ ਜਿਹੜੀ ਹੈਗੀ ਨਾ ਚੱਲ ਰਹੀ ਡੈਮੋਕ੍ਰੇਸੀ ਪਾਰਟੀ, ਅਤੇ ਸਾਡੇ ਮੁਲਕ 'ਚ ਲੇਟ ਪਈ ਉਹੀ ਪਾਰਦਰਸ਼ਤਾ ਲਿਆਉਣ ਵਾਸਤੇ ਅਸੀਂ ਲੈ ਸਕਦੇ ਹਾਂ।
ਸੋ ਕਿਤੇ ਨਾ ਕਿਤੇ ਸਿਸਟਮ ਜਿਹੜਾ ਹੈ ਉਸ ਨੂੰ ਹੋਰ ਜ਼ਿਆਦਾ ਟਰਾਂਸਪੇਰੈਂਟ ਕੀਤਾ ਜਾਏ, ਪਾਰਦਰਸ਼ੀ ਕੀਤਾ ਜਾਏ ਔਰ ਭ੍ਰਿਸ਼ਟਾਚਾਰ ਜਿਹੜਾ ਹੈ ਉਸ ਨੂੰ ਰੋਕਣ ਵਾਸਤੇ, ਕਿਉਂਕਿ ਕੰਮ ਕਈ ਵਾਰੀ ਅਸੀਂ ਸਿਰਫ ਡਿਲੇ ਕਰਕੇ ਹੀ ਭ੍ਰਿਸ਼ਟਾਚਾਰ ਜਿਹੜਾ ਹੈ ਉਸ ਨੂੰ ਪੈਦਾ ਕੀਤਾ ਜਾ ਸਕਦਾ। ਸੋ ਉਸ ਨੂੰ ਰੋਕਣ ਵਾਸਤੇ ਇਸ ਐਕਟ ਨੇ ਬਹੁਤ ਇੰਪੋਰਟੈਂਟ ਰੋਲ ਪਲੇ। ਸਰ ਮੈਂ ਤੁਹਾਡੇ ਕੋਲੋਂ ਚੁੱਕੇ ਤੁਸੀਂ RTI ਦੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ, ਸੋ ਇਸ ਨੂੰ ਹੋਰ ਜ਼ਿਆਦਾ ਇਫੈਕਟਿਵਲੀ ਲਾਗੂ ਕਰਨ ਵਾਸਤੇ ਜਾਂ ਇਹਨੂੰ ਇਫੈਕਟਿਵ ਬਣਾਉਣ ਵਾਸਤੇ ਕਿਸ ਤਰੀਕੇ ਦੇ ਨਾਲ ਤੁਸੀਂ ਸੋਚਦੇ ਕੀ ਕੀਤਾ ਜਾਣਾ ਚਾਹੀਦਾ ਹੋਰ? ਸਰ ਪਬਲਿਕ ਪਹਿਲਾਂ ਤਾਂ ਸਰਕਾਰੀ ਅਧਿਕਾਰੀਆਂ ਨੂੰ ਥੋੜਾ ਅਵੇਅਰ ਕੀਤਾ ਜਾਏ, ਪਲੱਸ ਪਬਲਿਕ ਨੂੰ ਅਵੇਅਰ ਕਰਨ ਲਈ ਪੰਚਾਇਤਾਂ ਦੇ ਵਿੱਚ, ਕਾਰਪੋਰੇਸ਼ਨ ਦੇ MC ਸਾਹਿਬਾਨਾਂ ਦੇ ਦਫ਼ਤਰਾਂ ਦੇ ਵਿੱਚ ਤੇ ਹੋਰ ਜਿਹੜੇ ਵੀ ਲੋਕ ਪਬਲਿਕ 'ਚ ਵਿਚਰਦੇ ਨੇ, ਜਿੱਦਾਂ ਕੋਈ ਸਮਾਜ ਸੇਵਕ ਨੇ ਜਾਂ ਜੋ ਵੀ ਨੇ, ਉਹਨਾਂ ਨੂੰ ਕਹਿ ਕੇ ਸਪੈਸ਼ਲ ਵਰਕਸ਼ਾਪ, ਸਪੈਸ਼ਲ ਸੈਮੀਨਾਰ ਸਕੂਲਾਂ ਕਾਲਜਾਂ 'ਚ ਵੀ ਆਯੋਜਿਤ ਕਰਨੇ ਚਾਹੀਦੇ ਨੇ, ਅਖਬਾਰਾਂ 'ਚ ਵੀ ਉਹਦੀ ਐਡ ਕਰਨੀ ਚਾਹੀਦੀ ਹੈ, TV ਤੇ ਵੀ ਕਰਨੀ ਚਾਹੀਦੀ ਹੈ ਕਿ ਆਹ ਤੁਹਾਡੇ ਅਧਿਕਾਰ ਨੇ, ਤੁਸੀਂ ਇਸ ਤਰੀਕੇ ਦੇ ਨਾਲ ਆਹ ਚੀਜ਼ ਲੈ ਸਕਦੇ ਹੋ। ਮੈਕਸਿਮਮ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਉਹਨਾਂ ਨੇ ਇਹ ਸਾਰੀ ਸੂਚਨਾ ਕਿਸ ਤਰ੍ਹਾਂ ਲੈਣੀ ਤੇ ਕਿੱਥੋਂ ਲੈਣੀ ਹੈ, ਜਿਹਦੇ ਕਰਕੇ ਕਈ ਜਗ੍ਹਾ ਤੇ ਭ੍ਰਿਸ਼ਟਾਚਾਰ ਲੁਕਿਆ ਛਿਪਿਆ ਹੀ ਰਹਿ ਜਾਂਦਾ, ਸਾਹਮਣੇ ਕੋਈ ਚੀਜ਼ ਆਂਦੀ ਨਹੀਂ, ਜਦ ਕਿ ਬਹੁਤ ਸਾਰੇ ਲੋਕ ਇਹਨੂੰ ਉਜਾਗਰ ਵੀ ਕਰਨਾ ਚਾਹੁੰਦੇ ਨੇ। ਜੀ, ਸੋ ਕਿਤੇ ਨਾ ਕਿਤੇ ਸਾਨੂੰ ਜਾਗਰੂਕ ਹੋਣਾ ਪਏਗਾ ਔਰ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਔਰ ਕਿਤੇ ਨਾ ਕਿਤੇ ਹਰ ਦਫ਼ਤਰ ਦੇ ਵਿੱਚ ਇਹ ਸੂਚਨਾ ਜਿਹੜੀ ਹੈ ਉਸ ਨੂੰ ਡਿਸਪਲੇ ਵੀ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਲੇਕਿਨ ਸਿਰਫ ਲੋੜ ਹੈ ਸਾਨੂੰ ਜਾਗਰੂਕ ਹੋਣ ਦੀ ਔਰ ਸੂਚਨਾ ਕਿਸ ਤਰੀਕੇ ਦੇ ਨਾਲ ਅਸੀਂ ਹਾਸਲ ਕਰ ਸਕਦੇ ਹਾਂ ਔਰ ਸੂਚਨਾ ਅਧਿਕਾਰੀ ਨੇ ਇਹ ਇਨਫੋਰਮੇਸ਼ਨ ਕਿਸ ਤਰੀਕੇ ਨਾਲ ਦੇਣੀ ਹੈ। ਸੋ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀ ਦੋਨੇ ਪਾਸੇ ਜਿਹੜੀ ਹੈ ਸਾਨੂੰ ਦੇਖਣ ਨੂੰ ਮਿਲਦੀ। ਸੋ ਇੱਕ ਚੀਜ਼ ਮੈਂ ਇਹਦੇ ਨਾਲ ਹੀ ਜੁੜੀ ਹੋਈ ਕਿ ਕਈ ਵਾਰੀ ਸੂਚਨਾ ਜਿਹੜੀ ਹੈ ਉਹ ਇਸ ਕਰਕੇ ਡਿਲੇ ਕਰਤੀ ਜਾਂਦੀ ਕਿ ਉਸ ਸੂਚਨਾ ਦੇਣ ਲਈ ਕੋਈ ਫੀਸ ਵੀ ਜਿਹੜੀ ਹੈ ਲੱਗਦੀ ਹੈ, ਉਹ ਕਿੰਨੀ ਹੋ ਸਕਦੀ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਉਸ ਨੂੰ ਪੇ ਕਰਨਾ ਹੁੰਦਾ? ਰਾਈਟ ਟੂ ਇਨਫੋਰਮੇਸ਼ਨ ਦੇ ਹਿਸਾਬ ਨਾਲ ਹਰ ਸਟੇਟ ਨੂੰ ਆਜ਼ਾਦੀ ਦਿੱਤੀ ਗਈ ਹੈ ਕਿ ਉਹ ਆਪਣੇ ਹਿਸਾਬ ਨਾਲ ਪਰ ਪੇਜ ਦਾ ਰੇਟ ਤੈਅ ਕਰ ਲੈਣ। ਸੋ ਪੰਜਾਬ ਦੇ 2 ਰੁਪਏ ਪਰ ਪੇਜ ਹੈ ਤੇ ਕਿਤੇ ਵੀ ਇਹ 4 ਰੁਪਏ ਪਰ ਪੇਜ ਤੋਂ ਜ਼ਿਆਦਾ ਨਹੀਂ ਹੈ। ਮੰਨ ਲਓ ਤੁਸੀਂ ਸੂਚਨਾ ਮੰਗੀ ਉਹ 500 ਪੇਜ ਦੀ ਹੈ ਤੇ ਉਹ 1000 ਰੁਪਏ ਉਹਦਾ ਬਣ ਜਾਏਗਾ। ਤੇ ਜੇ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਉਸ ਦਫ਼ਤਰ ਦੇ ਕੋਲ ਮੌਜੂਦ ਹੈ ਤਾਂ ਈਮੇਲ ਰਾਹੀਂ ਵੀ ਉਸ ਬੰਦੇ ਨੂੰ ਭੇਜੀ ਜਾ ਸਕਦੀ ਹੈ, ਜਾਂ ਉਹ ਬੰਦਾ ਆਪਣੀ USB ਪੈਨ ਡਰਾਈਵ ਲੈ ਆਏ, ਉਹਦੇ 'ਚ ਪਾ ਕੇ ਵੀ ਦਿੱਤੀ ਜਾ ਸਕਦੀ ਹੈ, ਉਹ ਫਿਰ ਫ੍ਰੀ ਆਫ ਕਾਸਟ ਮਿਲ ਜਾਏਗੀ। ਜੀ, ਸੋ ਦੋਨੇ ਪ੍ਰੋਵੀਜ਼ਨ ਜਿਹੜੀਆਂ ਹੈ ਕਿਤੇ ਨਾ ਕਿਤੇ ਸੂਚਨਾ ਦੇਣ ਵਾਲਾ ਅਧਿਕਾਰੀ ਜਿਹੜਾ ਉਹਦੀ ਮਨਸ਼ਾ ਵੀ ਬਹੁਤ ਸਪਸ਼ਟ ਹੋਣੀ ਚਾਹੀਦੀ ਔਰ ਜਿਸ ਨੇ ਸੂਚਨਾ ਲੈਣੀ ਹੈ ਉਹਦੇ ਵਾਸਤੇ ਵੀ ਕਿਤੇ ਸਰ ਕੇਂਦਰ ਔਰ ਰਾਜਾਂ ਵਿੱਚ ਕੀ ਅਪੀਲ ਕਰਨ ਦੀ ਜਾਂ ਇਸ ਨੂੰ ਦਾਖਲ ਕਰਨ ਦੀ ਅਲੱਗ-ਅਲੱਗ ਪ੍ਰੋਵੀਜ਼ਨ ਹੈ ਜਾਂ ਸੇਮ ਹੀ ਹੈ ਭਾਰਤ ਦੇ ਵਿੱਚ? ਇਸ ਨੂੰ ਥੋੜਾ ਜਿਹਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਖਿਲਾਫ ਜਿਹੜੇ ਵੀ ਉਹਨਾਂ ਦੇ ਸਰਕਾਰੀ ਦਫ਼ਤਰਾਂ ਖਿਲਾਫ ਅਪੀਲ ਕਰਨੀ ਉਹਦਾ ਇੱਕ ਵੱਖਰਾ ਪ੍ਰੋਸੀਜਰ ਹੈ, ਤੇ ਰਾਜ ਸਰਕਾਰ ਦੇ ਕਰਮਚਾਰੀਆਂ ਦੇ ਖਿਲਾਫ ਜੋ ਵੀ ਅਸੀਂ ਫਾਈਲ ਕਰਨੀ ਹੈ ਅਪੀਲ, ਉਹ ਵੱਖਰਾ ਪ੍ਰੋਸੀਜਰ ਹੈ। ਦੋਨਾਂ ਸਰਕਾਰੀ ਅਦਾਰਿਆਂ ਦੇ ਵਿੱਚ, ਚਾਹੇ ਉਹ ਕੇਂਦਰ ਨੇ ਤੇ ਚਾਹੇ ਰਾਜ ਨੇ, ਜਦੋਂ ਅਸੀਂ ਪਹਿਲੇ ਅਪੀਲੀ ਅਧਿਕਾਰੀ ਨੂੰ ਅਪੀਲ ਪਾ ਦੇਣੀ ਹੈ, ਉਸ ਤੋਂ ਬਾਅਦ 45 ਦਿਨ ਸਾਨੂੰ ਰੁਕਣਾ ਪੈਣਾ। ਜੇ ਉਸ ਤੋਂ ਬਾਅਦ ਵੀ ਸਾਨੂੰ ਕੁਝ ਨਹੀਂ ਮਿਲਦਾ ਉਹਦੇ 'ਚ, ਅਸੀਂ ਸਟੇਟ ਲੈਵਲ ਦੇ ਉੱਤੇ ਰਾਜ ਸੂਚਨਾ ਆਯੋਗ ਸੈਕਟਰ 16 ਰੈੱਡ ਕਰਾਸ ਭਵਨ ਚੰਡੀਗੜ੍ਹ ਦੇ ਵਿੱਚ ਇਹਦੇ ਬਾਰੇ ਸੈਕੰਡ ਅਪੀਲ ਕਰ ਸਕਦੇ ਹਾਂ। ਤੇ ਜਿਹੜੀ ਸੈਂਟਰ ਦੇ ਵਿੱਚ ਹੈ ਅਸੀਂ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨੂੰ ਇਹਦੇ ਬਾਰੇ ਅਪੀਲ ਕਰ ਸਕਦੇ ਹਾਂ। ਉਹ ਆਪਣੇ ਤਰੀਕੇ ਦੇ ਨਾਲ ਸੁਣਵਾਈ ਦੀ ਦਿਨ ਤੈਅ ਕਰਕੇ ਤੁਹਾਨੂੰ ਸੂਚਨਾ ਲਿਖਤੀ ਰੂਪ ਵਿੱਚ ਭੇਜ ਦੇਣਗੇ। ਤੁਸੀਂ ਆਪ ਵੀ ਪਰਸਨਲੀ ਉੱਥੇ ਜਾ ਸਕਦੇ ਹੋ। ਤੇ ਹਰ DC ਦਫ਼ਤਰ ਦੇ ਵਿੱਚ, ਹਰ ਜ਼ਿਲ੍ਹੇ ਦੇ DC ਦਫ਼ਤਰ ਦੇ ਵਿੱਚ ਇੱਕ NIA ਸੈਂਟਰ ਬਣਿਆ ਜਿੱਥੇ ਤੁਸੀਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਵੀ ਆਪਣੀ ਗੱਲ ਰਾਜ ਸੂਚਨਾ ਆਯੋਗ ਜਾਂ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨੂੰ ਪਹੁੰਚਾ ਸਕਦੇ ਹੋ। ਇਹ ਪ੍ਰੋਵੀਜ਼ਨ ਇਸ ਲਈ ਬਣਿਆ ਤਾਂ ਕਿ ਐਪਲੀਕਾਂਟਸ ਨੂੰ, ਜਿਨ੍ਹਾਂ ਨੇ ਅਪਲਾਈ ਕੀਤਾ, ਜਗ੍ਹਾ ਧੱਕੇ ਨਾ ਖਾਣੇ ਪੈਣ ਤੇ ਉਹ ਆਪਣੇ ਜ਼ਿਲ੍ਹੇ ਵਿੱਚ ਬੈਠ ਕੇ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਸੂਚਨਾ ਲੈਣ ਲਈ ਆਪਣੀ ਅਪੀਲ ਦੇ ਉੱਤੇ ਬਹਿਸ ਕਰ ਸਕਣ। ਬੜੀਆਂ ਇੰਪੋਰਟੈਂਟ ਜਾਣਕਾਰੀਆਂ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਅੱਜ ਮਿਲੀਆਂ ਕਿ ਕਿਸ ਤਰੀਕੇ ਦੇ ਨਾਲ ਆਪਣੀ ਅਪੀਲ ਜਿਹੜੀ ਕੀਤੀ ਜਾ ਸਕਦੀ ਹੈ ਔਰ ਉਸ ਤੋਂ ਬਾਅਦ ਅਗਰ ਨਿਰਾਕਰਨ ਨਹੀਂ ਹੁੰਦਾ ਤਾਂ ਅਸੀਂ ਅਗਲੀ ਅਥਾਰਟੀ ਕੇਸ ਦੇ ਕੋਲ ਜਾ ਸਕਦੇ ਹਾਂ ਔਰ ਕਿਸ ਤਰੀਕੇ ਦੇ ਨਾਲ ਕਿੰਨੇ ਸਮੇਂ ਬਾਅਦ ਤਰੀਕੇ ਨਾਲ ਸਾਨੂੰ ਜਵਾਬ ਮਿਲਣਾ। ਸਰ ਜਾਂਦੇ ਚੂੰਕਿ ਸਮਾਂ ਬਹੁਤ ਥੋੜਾ ਰਹਿ ਗਿਆ, ਕੀ ਸਾਡੇ ਦਰਸ਼ਕਾਂ ਨੂੰ ਤੁਸੀਂ ਸੰਦੇਸ਼ ਜਿਹੜਾ ਮੈਸੇਜ ਦੇਣਾ ਚਾਹੋਗੇ ਤਾਂ ਕਿ ਅਸੀਂ ਇਸ ਅਧਿਕਾਰ ਦਾ ਵੱਧ ਤੋਂ ਵੱਧ ਲਾਭ ਉਠਾ ਸਕੀਏ? ਸੋ ਮੈਂ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ ਜਾਗੋ, ਆਪਣੇ ਅਧਿਕਾਰਾਂ ਨੂੰ ਪਹਿਚਾਨੋ। ਸਰਕਾਰ ਨੇ ਕਾਨੂੰਨ ਬਣਾ ਦਿੱਤਾ, ਪ੍ਰੋਵੀਜ਼ਨਸ ਬਣਾ ਦਿੱਤੇ, ਉਹਦੇ 'ਚ ਤੁਸੀਂ ਸਭ ਕੁਝ ਲੈ ਸਕਦੇ ਹੋ, ਟਰਾਂਸਪੇਰੈਂਸੀ ਆ ਸਕਦੀ ਹੈ। ਜੇ ਤੁਸੀਂ ਸਿਸਟਮ ਦੇ ਬਾਹਰ ਬੈਠ ਕੇ ਉਹਨੂੰ ਬੁਰਾ ਭਲਾ ਕਹੀ ਜਾਓਗੇ, ਕੁਝ ਵੀ ਠੀਕ ਨਹੀਂ ਹੋਣਾ। ਜੇ ਤੁਹਾਨੂੰ ਆਪਣੇ ਆਸ-ਪਾਸ ਕਿਤੇ ਵੀ ਕੋਈ ਭ੍ਰਿਸ਼ਟਾਚਾਰ ਨਜ਼ਰ ਆਉਂਦਾ ਜਿਹਨੂੰ ਤੁਸੀਂ ਉਜਾਗਰ ਕਰਨਾ ਚਾਹੁੰਦੇ ਹੋ, ਸਾਹਮਣੇ ਲਿਆਉਣਾ ਚਾਹੁੰਦੇ ਹੋ, ਕਾਰਵਾਈ ਕਰਾਉਣਾ ਚਾਹੁੰਦੇ ਹੋ, ਤਾਂ ਸੂਚਨਾ ਅਧਿਕਾਰ ਕਾਨੂੰਨ ਦਾ ਪ੍ਰਯੋਗ ਕਰੋ। ਸਿਰਫ 10 ਰੁਪਏ ਦਾ ਪੋਸਟਲ ਆਰਡਰ ਲਗਾ ਕੇ ਤੁਸੀਂ ਆਪਣੇ ਰਜਿਸਟਰਡ ਪੋਸਟ ਰਾਹੀਂ ਸੰਬੰਧਿਤ ਦਫ਼ਤਰ ਨੂੰ ਸੂਚਨਾ ਲੈਣ ਲਈ, ਦਸਤਾਵੇਜ਼ ਲੈਣ ਲਈ, ਸਵਾਲ ਵਗੈਰਾ ਦਸਤਾਵੇਜ਼ੀ ਰੂਪ 'ਚ ਪੁੱਛਣ ਲਈ ਐਪਲੀਕੇਸ਼ਨ ਦੇ ਸਕਦੇ ਹੋ। ਫਿਰ ਅਪੀਲ 'ਚ ਜਾ ਸਕਦੇ ਹੋ। ਉਹ ਅਪੀਲ ਜੋ ਵੀ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਤੁਹਾਨੂੰ ਜੋ ਕਾਗਜ਼ ਮਿਲਦੇ ਆ, ਉਹ ਸਾਰੇ ਕਾਗਜ਼ ਲੈ ਕੇ ਤੁਸੀਂ
ਸੋ ਕੰਪਲੇਂਟ ਬੜੇ ਇਸ ਪੋਜ਼ਿਟਿਵ ਨੋਟ ਦੇ ਉੱਤੇ ਕਿ ਅਸੀਂ ਸੂਚਨਾ ਜਿਹੜੀ ਹਾਸਲ ਕਰ ਸਕਦੇ ਹਾਂ ਔਰ ਸਿਸਟਮ ਜਿਹੜਾ ਉਸ ਨੂੰ ਹੋਰ ਜ਼ਿਆਦਾ ਟਰਾਂਸਪੇਰੈਂਟ ਕਰ ਸਕਦੇ ਹਾਂ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ ਜੀ, ਜੈ ਹਿੰਦ। ਥੈਂਕ ਯੂ।